Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 149ਵੇਂ ਅੰਗ ਦੀ ਵਿਆਖਿਆ ਕਰਦੇ ਹਾਂ ਜੀ। ਸ਼ਲੋਕ ਮਹਿਲਾ ਪਹਿਲਾ। ਖਤਿਓ ਜੰਮੇ ਖਤੇ ਕਰਨ, ਤਾਂ ਖਤਿਆ ਵਿੱਚ ਪਾਹੇ, ਧੋਤੇ ਮੂਲ ਨਾ ਉਤਰ ਹੈ, ਜੇ ਸੋ ਧੋਵਣ ਪਾਹੇ। ਨਾਨਕ ਬਖਸੇ ਬਖਸੀਐ, ਨਾਹੀਂ ਤਾਂ ਪਾਹੀ ਪਾਹੇ। ਖਤੇ ਸ਼ਬਦ ਦਾ ਅਰਥ ਹੈ ਪਾਪ। ਖਤਿਓ ਜੰਮੇ ਭਾਵ ਕਿ ਪਾਪ ਦੇ ਕਾਰਨ ਜੋ ਜੀਵ ਜੰਮਦੇ ਹਨ, ਜਨਮ ਲੈਂਦੇ ਹਨ। ਖਤੇ ਕਰਨ ਉਹ ਇੱਥੇ ਵੀ ਪਾਪ ਕਰਦੇ ਹਨ, ਤਾਂ ਖਤਿਆਂ ਵਿੱਚ ਪਾਹੇ ਤੇ ਅਗਾਂਹ ਵੀ ਪਾਪਾਂ ਦੇ ਵਿੱਚ ਹੀ ਪ੍ਰਵਿਰਤ ਹੁੰਦੇ ਹਨ। ਪਾਪਾਂ ਦੇ ਕਾਰਨ ਜੋ ਜੀਵ ਜਨਮੇ, ਇਸ ਗੱਲ ਨੂੰ ਕਈ ਤਰ੍ਹਾਂ ਦੇ ਨਾਲ ਅਸੀਂ ਇੰਟਰਪ੍ਰੇਟ ਕਰ ਸਕਦੇ ਹਾਂ। ਗੁਰੂ ਜੀ ਦਾ ਅਸਲ ਮਕਸਦ ਕੀ ਸੀ, ਅਸਲ ਦੇ ਵਿੱਚ ਉਹ ਕੀ ਕਹਿਣਾ ਚਾਹ ਰਹੇ ਸੀ, ਇਹ ਜਾਣਨਾ ਤੇ ਮੁਸ਼ਕਿਲ ਹੈ। ਪਰ ਅਸੀਂ ਜੋ ਵੱਖ-ਵੱਖ ਪਹਿਲੂਆਂ ਤੋਂ ਇਸ ਪੰਕਤੀ ਨੂੰ ਵੇਖ ਸਕਦੇ ਹਾਂ, ਉਹਨਾਂ 'ਚੋਂ ਇੱਕ ਤੇ ਇਹ ਹੈ ਕਿ ਆਪਣੇ ਪਿਛਲੇ ਜਨਮਾਂ ਦੇ ਵਿੱਚ ਕੀਤੇ ਹੋਏ ਪਾਪਾਂ ਦੇ ਕਾਰਨ ਜਿਹੜੇ ਜੀਵ ਮਨੁੱਖੀ ਜਨਮ ਦੇ ਵਿੱਚ ਜਨਮ ਲੈਂਦੇ ਹਨ ਦੁੱਖ ਭੋਗਣ ਦੇ ਲਈ, ਉਹਨਾਂ ਦੀ ਗੱਲ ਕੀਤੀ ਹੋ ਸਕਦੀ ਹੈ। ਪਰ ਫਿਰ ਗੱਲ ਇਹ ਆਉਂਦੀ ਹੈ ਕਿ ਇਹਨਾਂ ਪੰਕਤੀਆਂ ਦੇ ਰਾਹੀਂ ਜੋ ਅਗਲੇ ਪਿਛਲੇ ਜਨਮਾਂ ਦਾ ਕਨਸੈਪਟ ਹੈ ਉਹ ਥੋੜ੍ਹਾ ਬਦਲ ਜਾਂਦਾ ਹੈ। ਜਿਸ ਤਰ੍ਹਾਂ ਕਿ ਪਹਿਲਾਂ ਹੁਣ ਤੱਕ ਅਸੀਂ ਜਿਵੇਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੜ੍ਹਿਆ ਹੈ, ਤਾਂ ਜਿੱਥੇ ਵੀ ਅਗਲੇ ਪਿਛਲੇ ਜਨਮਾਂ ਦੀ ਗੱਲ ਹੁੰਦੀ ਹੈ ਤਾਂ ਉਹ ਇੱਦਾਂ ਹੀ ਪ੍ਰਤੀਤ ਹੁੰਦਾ ਹੈ ਜਿੱਦਾਂ ਗੁਰੂ ਜੀ ਇਸੇ ਜ਼ਿੰਦਗੀ ਦੇ ਵਿੱਚ ਅਸੀਂ ਜੋ ਪਿੱਛੇ ਕੰਮ ਕੀਤੇ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਹੋਣ। ਜਦਕਿ ਇਸ ਪੰਕਤੀ ਦੇ ਰਾਹੀਂ ਸਾਨੂੰ ਥੋੜ੍ਹਾ ਇਹ ਮਹਿਸੂਸ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਗੁਰੂ ਜੀ ਅਸਲ ਦੇ ਵਿੱਚ ਜਿੱਦਾਂ ਕਿ ਦੂਜੇ ਧਰਮਾਂ ਦੇ ਵਿੱਚ ਹੈ ਅਗਲੇ ਪਿਛਲੇ ਜਨਮਾਂ ਦਾ ਕਨਸੈਪਟ, ਉਸੇ ਨੂੰ ਹੀ ਲੈ ਕੇ ਚੱਲ ਰਹੇ ਹੋਣ। ਜਾਂ ਫਿਰ ਦੂਜਾ ਪਹਿਲੂ ਪਾਪਾਂ ਦੇ ਕਾਰਨ ਜੰਮਣ ਦਾ ਅਸੀਂ ਇਹ ਲੈ ਸਕਦੇ ਹਾਂ ਕਿ ਜੋ ਬੱਚਾ ਪੈਦਾ ਕਰਨ ਦੀ ਪ੍ਰਕਿਰਿਆ ਹੈ, ਜੋ ਸੰਭੋਗ ਦੀ ਪ੍ਰਕਿਰਿਆ ਹੈ, ਉਸ ਨੂੰ ਪਾਪ ਕਿਹਾ ਹੋਵੇ, ਜੋ ਕਿ ਵਾਜਿਬ ਨਹੀਂ ਲੱਗਦਾ। ਤੇ ਜੇਕਰ ਵਾਕਿਆਈ ਦੇ ਵਿੱਚ ਉਸ ਪ੍ਰਕਿਰਿਆ ਦੀ ਹੀ ਗੱਲ ਹੋ ਰਹੀ ਹੈ ਤਾਂ ਹੋ ਸਕਦਾ ਹੈ ਕਿ ਕਿਸੇ ਖਾਸ ਰਿਸ਼ਤੇ ਤੋਂ ਭਾਵ ਪਤੀ ਪਤਨੀ ਦੇ ਰਿਸ਼ਤੇ ਤੋਂ ਬਗੈਰ ਜੇਕਰ ਉਹ ਪ੍ਰਕਿਰਿਆ ਕਰਕੇ ਬੱਚਾ ਪੈਦਾ ਕੀਤਾ ਜਾ ਰਿਹਾ ਹੈ ਤਾਂ ਉਸ ਬੱਚੇ ਨੂੰ ਪਾਪਾਂ ਦੇ ਕਾਰਨ ਜੰਮਿਆ ਹੋਇਆ ਬੱਚਾ ਗੁਰੂ ਜੀ ਨੇ ਮੰਨਿਆ ਹੋਵੇ। ਪਰ ਉੱਥੇ ਵੀ ਗੱਲ ਇਹ ਆ ਜਾਂਦੀ ਹੈ ਕਿ ਉਹਦੇ ਵਿੱਚ ਉਸ ਬੱਚੇ ਦਾ ਕੋਈ ਕਸੂਰ ਨਹੀਂ ਹੁੰਦਾ, ਤਾਂ ਇਹ ਗੱਲ ਵੀ ਕਿਸੇ ਹੱਦ ਤੱਕ ਉਨੀ ਵਾਜਿਬ ਨਹੀਂ ਲੱਗਦੀ। ਸੋ ਜਿਸ ਤਰ੍ਹਾਂ ਕਿ ਪਹਿਲਾਂ ਕਿਹਾ ਹੈ ਕਿ ਇਹ ਅਸਲ ਦੇ ਵਿੱਚ ਗੁਰੂ ਜੀ ਦਾ ਮਕਸਦ ਕੀ ਸੀ ਇਸ ਪੰਕਤੀ ਦਾ, ਕਿਸ ਵਜ੍ਹਾ ਦੇ ਨਾਲ ਉਹ ਮੰਨਦੇ ਸਨ ਕਿ ਇਹ ਜੀਵ ਜੋ ਨੇ ਪਾਪਾਂ ਦੇ ਕਾਰਨ ਪੈਦਾ ਹੋਏ ਨੇ, ਇਸ ਗੱਲ ਨੂੰ ਜਾਣਨਾ ਬੜਾ ਮੁਸ਼ਕਿਲ ਹੈ। ਅਸੀਂ ਸਿਰਫ ਇਹ ਜਾਣ ਸਕਦੇ ਹਾਂ ਕਿ ਗੁਰੂ ਜੀ ਨੇ ਲਿਖਿਆ ਹੈ ਕਿ ਜਿਹੜੇ ਜੀਵ ਪਾਪਾਂ ਦੇ ਕਾਰਨ ਜੰਮਦੇ ਹਨ ਉਹ ਇੱਥੇ ਵੀ ਪਾਪ ਕਰਦੇ ਹਨ ਤੇ ਅਗਾਂਹ ਵੀ ਪਾਪਾਂ ਦੇ ਵਿੱਚ ਹੀ ਪ੍ਰਵਿਰਤ ਹੁੰਦੇ ਹਨ, ਪਾਪਾਂ ਭਰੀ ਜ਼ਿੰਦਗੀ ਹੀ ਜਿਉਂਦੇ ਹਨ। ਧੋਤਾ ਮੂਲ ਨਾ ਉਤਰ ਹੈ, ਤੇ ਇਹ ਜਿਹੜੇ ਪਾਪ ਨੇ ਇਹ ਧੋਤਿਆਂ ਤੋਂ ਨਹੀਂ ਉਤਰਦੇ। ਬੇਸ਼ੱਕ 100 ਵਾਰੀ ਵੀ ਅਸੀਂ ਉਹਨਾਂ ਨੂੰ ਧੋ ਲਈਏ, ਜੇਕਰ ਅਸੀਂ ਕੋਈ ਪਾਪ ਦਾ ਕੰਮ ਕਰਦੇ ਹਾਂ, ਕੋਈ ਮਾੜਾ ਕੰਮ ਕਰਦੇ ਹਾਂ ਜਿਸ ਨਾਲ ਕਿਸੇ ਦਾ ਨੁਕਸਾਨ ਹੋ ਰਿਹਾ ਹੈ, ਬੇਸ਼ੱਕ ਉਹ ਕਿਸੇ ਇਨਸਾਨ ਦਾ ਹੋਵੇ ਜਾਂ ਕਿਸੇ ਹੋਰ ਜੀਵ ਦਾ ਹੋਵੇ, ਉਹ ਪਾਪ ਮੰਨਿਆ ਜਾਂਦਾ ਹੈ। ਤੇ ਉਸ ਪਾਪ ਦਾ ਜੋ ਦਾਗ ਹੈ ਉਹ ਧੋਤਿਆਂ ਤੋਂ ਨਹੀਂ ਉਤਰਦਾ। ਉਹ ਦਾਗ ਤਾਂ ਹੀ ਉਤਰ ਸਕਦਾ ਹੈ, ਉਹ ਪਾਪ ਤਾਂ ਹੀ ਬਖਸ਼ਿਆ ਜਾ ਸਕਦਾ ਹੈ ਜੇਕਰ ਉਸ ਪਰਮਾਤਮਾ ਦੀ ਮਿਹਰ ਹੋਵੇ ਤਾਂ। ਨਾਨਕ ਬਖਸੇ ਬਖਸੀਐ, ਬਖਸੀਐ ਹੈ ਭਾਵ ਬਖਸ਼ਣ ਵਾਲਾ, ਨਾਹੀਂ ਤਾਂ ਪਾਹੀ ਪਾਹੇ, ਪਾਹੀ ਦਾ ਭਾਵ ਹੁੰਦਾ ਹੈ ਜੁੱਤੀ। ਕਹਿੰਦੇ ਜੇਕਰ ਪ੍ਰਮਾਤਮਾ ਮਿਹਰ ਕਰੇ ਤਾਂ ਉਹ ਪਾਪ ਬਖਸ਼ੇ ਜਾਂਦੇ ਹਨ, ਨਹੀਂ ਤਾਂ ਫਿਰ ਜੁੱਤੀਆਂ ਹੀ ਪੈਂਦੀਆਂ ਹਨ। ਮਹਿਲਾ ਪਹਿਲਾ। ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੀਐ ਸੁਖ, ਸੁਖ ਦੁੱਖ ਦੁਏ ਦਰ ਕੱਪੜੇ, ਪਹਿਰੈ ਜਾਏ ਮਨੁੱਖ, ਜਿੱਥੈ ਬੋਲਣ ਹਾਰੀਐ ਤਿੱਥੈ ਚੰਗੀ ਚੁੱਪ। ਕਹਿੰਦੇ ਹੇ ਨਾਨਕ, ਜਿਹੜੇ ਮਨੁੱਖ ਦੁੱਖ ਨੂੰ ਛੱਡ ਕੇ ਸੁੱਖ ਮੰਗਦੇ ਹਨ, ਸੁੱਖ ਮੰਗਣ ਦੇ ਲਈ ਪ੍ਰਮਾਤਮਾ ਦੇ ਦਰ 'ਤੇ ਅਰਦਾਸਾਂ ਕਰਦੇ ਹਨ,
ਉਸ ਅੱਗੇ ਅਰਜ਼ੋਈ ਕਰਦੇ ਹਨ ਕਿ ਸਾਨੂੰ ਸੁੱਖ ਬਖਸ਼ ਦੇ। ਉਹਨਾਂ ਦਾ ਇਹ ਸੁੱਖ ਮੰਗਣਾ, ਉਹਨਾਂ ਦੀ ਇਹ ਅਰਦਾਸ ਕਰਨੀ ਝੱਖਣਾ ਹੈ, ਭਾਵ ਕਿ ਵਿਅਰਥ ਦੇ ਵਿੱਚ ਬੋਲਣਾ ਹੈ, ਸਿਰ ਖਪਾਈ ਹੈ। ਕਿਉਂਕਿ ਸੁੱਖ ਦੁੱਖ ਦੋਏ ਦਰ ਕੱਪੜੇ, ਕਿ ਸੁੱਖ ਤੇ ਦੁੱਖ ਪਰਮਾਤਮਾ ਦੇ ਦਰ ਤੋਂ ਮਿਲੇ ਹੋਏ ਕੱਪੜੇ ਹਨ। ਪਹਿਰਾ ਜਾਏ ਮਨੁੱਖ, ਜਿਹੜੇ ਕਿ ਮਨੁੱਖ ਨੂੰ ਪਹਿਨਣੇ ਪੈਂਦੇ ਹਨ। ਕੋਈ ਵੀ ਜੀਵ ਦੁੱਖਾਂ ਤੋਂ ਸੱਖਣਾ ਨਹੀਂ ਹੈ। ਹਰ ਜੀਵ ਨੂੰ, ਖਾਸ ਕਰਕੇ ਮਨੁੱਖਾਂ ਨੂੰ, ਦੁੱਖ ਤੇ ਸੁੱਖ ਭੋਗਣੇ ਹੀ ਪੈਂਦੇ ਹਨ। ਬੇਸ਼ੱਕ ਕੋਈ ਕਿੰਨਾ ਵੀ ਅਮੀਰ ਹੋਵੇ, ਕਿੰਨਾ ਵੀ ਗਰੀਬ ਹੋਵੇ, ਕਿੰਨਾ ਵੀ ਪਾਵਰਫੁਲ ਹੋਵੇ, ਦੁੱਖਾਂ ਤੋਂ ਖਹਿੜਾ ਨਹੀਂ ਛਡਵਾ ਸਕਦਾ। ਦੁੱਖ ਉਹਦੀ ਜ਼ਿੰਦਗੀ ਦੇ ਵਿੱਚ ਵੀ ਜ਼ਰੂਰ ਹੋਣਗੇ ਹੀ ਹੋਣਗੇ, ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਉਂਕਿ ਇਹ ਪਰਮਾਤਮਾ ਦੇ ਦਰ ਤੋਂ ਮਿਲੇ ਕੱਪੜੇ ਮਨੁੱਖ ਨੇ ਪਹਿਨੇ ਹੋਏ ਨੇ। ਹੁਣ ਜਦੋਂ ਅਸੀਂ ਉਸ ਪਰਮਾਤਮਾ ਦੇ ਅੱਗੇ ਫਿਰ ਅਰਦਾਸ ਕਰਦੇ ਹਾਂ ਕਿ ਸਾਨੂੰ ਸੁੱਖ ਹੀ ਦੇ, ਤਾਂ ਉਹਦੇ ਤੇ ਸਾਡੀ ਉਸ ਅਰਦਾਸ ਦਾ ਕੋਈ ਅਸਰ ਨਹੀਂ ਹੁੰਦਾ। ਤਾਂ ਹੀ ਗੁਰੂ ਜੀ ਨੇ ਕਿਹਾ ਕਿ ਜਿੱਥੇ ਬੋਲਣ ਹਾਰੀਐ, ਕਿ ਜਦੋਂ ਸਾਨੂੰ ਪਤਾ ਹੈ ਕਿ ਦੁੱਖ ਤੇ ਸੁੱਖ ਤਾਂ ਮਿਲਣੇ ਹੀ ਮਿਲਣੇ ਨੇ, ਅਸੀਂ ਕੁਝ ਵੀ ਕਰ ਲਈਏ, ਦੁੱਖਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਖਤਮ ਨਹੀਂ ਕਰ ਸਕਦੇ। ਉਹਦੇ ਲਈ ਭਾਵੇਂ ਅਸੀਂ ਯਤਨ ਕਰੀਏ, ਕੋਈ ਕਾਰਜ ਕਰੀਏ, ਤੇ ਭਾਵੇਂ ਅਸੀਂ ਅਰਦਾਸ ਕਰੀਏ। ਇਸੇ ਲਈ ਕਿਹਾ ਕਿ ਜਿੱਥੇ ਬੋਲਣ ਹਾਰੀ ਹੈ, ਕਿ ਉਸ ਪਰਮਾਤਮਾ ਦੇ ਉੱਤੇ ਸਾਡੀ ਉਸ ਅਰਦਾਸ ਦਾ ਕੋਈ ਅਸਰ ਨਹੀਂ ਹੈ। ਸਾਡੀ ਉਹ ਅਰਦਾਸ ਸੁਣ ਕੇ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਨੂੰ ਖਤਮ ਨਹੀਂ ਕਰ ਦੇਵੇਗਾ। ਇਸੇ ਲਈ ਉੱਥੇ ਚੁੱਪ ਹੀ ਚੰਗੀ ਹੈ, ਕਿਉਂਕਿ ਉਹਦੇ ਅੱਗੇ ਸਾਡੀ ਚੱਲਦੀ ਨਹੀਂ। ਇਸ ਲਈ ਸਾਡੇ ਲਈ ਚੰਗਾ ਇਹੀ ਹੈ, ਭਲਾ ਇਹੀ ਹੈ ਕਿ ਅਸੀਂ ਚੁੱਪ ਹੀ ਰਹੀਏ। ਪੌੜੀ। ਚਾਰੇ ਕੁੰਡਾ ਦੇਖ ਅੰਦਰ ਭਾਲਿਆ, ਸੱਚਾ ਪੁਰਖ ਅਲਖ ਸਿਰਜ ਨਿਹਾਲਿਆ। ਕਹਿੰਦੇ ਜਿਹੜੇ ਮਨੁੱਖ ਨੇ ਚਾਰੇ ਤਰਫਾਂ ਵੇਖ ਕੇ, ਹੰਭ ਕੇ, ਉਹ ਚਾਰੇ ਪਾਸਿਆਂ ਦੀ ਭਟਕਣਾ ਛੱਡ ਕੇ ਆਪਣੇ ਅੰਦਰ ਉਸ ਪਰਮਾਤਮਾ ਨੂੰ ਲੱਭਿਆ ਹੈ, ਉਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਸੱਚੇ ਪੁਰਖ ਅਲਖ, ਉਸ ਅਕਾਲ ਪੁਰਖ ਨੇ ਸਿਰਜ, ਇਸ ਜਗਤ ਨੂੰ ਸਿਰਜਿਆ ਹੈ, ਤੇ ਨਿਹਾਲਿਆ ਭਾਵ ਇਹਦੀ ਸੰਭਾਲ ਕੀਤੀ ਹੈ, ਕਿ ਉਹ ਪਰਮਾਤਮਾ ਹੀ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਪਰਮਾਤਮਾ ਹੀ ਇਸ ਜਗਤ ਨੂੰ ਸੰਭਾਲਦਾ ਹੈ। ਇਸ ਗੱਲ ਦੀ ਸਮਝ ਉਸ ਮਨੁੱਖ ਨੂੰ ਪੈ ਜਾਂਦੀ ਹੈ ਜਿਹੜਾ ਚਾਰੇ ਪਾਸਿਆਂ ਦੀ ਭਟਕਣਾ ਨੂੰ ਛੱਡ ਕੇ ਆਪਣੇ ਅੰਦਰ ਝਾਕਦਾ ਹੈ, ਆਪਣੇ ਅੰਦਰੋਂ ਉਸ ਪਰਮਾਤਮਾ ਨੂੰ ਲੱਭਦਾ ਹੈ। ਉੱਜੜ ਭੁੱਲੇ ਰਾਹ ਗੁਰ ਵਿਖਾਲਿਆ, ਕਿ ਜਿਹੜੇ ਮਨੁੱਖ ਕੁਰਾਹੇ ਪੈ ਜਾਂਦੇ ਹਨ, ਉਹਨਾਂ ਨੂੰ ਰਸਤਾ ਗੁਰੂ ਵਿਖਾਉਂਦਾ ਹੈ। ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ, ਕਿ ਹੇ ਸੱਚੇ ਗੁਰੂ, ਤੇਰੀ ਸ਼ਾਬਾਸ਼ੇ ਹੈ, ਮੈਂ ਤੇਰੀ ਵਾਹ ਵਾਹ ਕਰਦਾ ਹਾਂ, ਜਿਹਦੇ ਲੜ ਲੱਗ ਕੇ ਕਿ ਉਸ ਪਰਮਾਤਮਾ ਨੂੰ ਸਿਮਰ ਸਕੀਦਾ ਹੈ। ਸੱਚ ਤੋਂ ਭਾਵ ਪਰਮਾਤਮਾ, ਤੇ ਸੰਭਾਲਿਆ ਤੋਂ ਭਾਵ ਸਿਮਰਨਾ, ਕਿ ਉਸ ਸੱਚੇ ਗੁਰੂ ਦੀ ਵਾਹ ਵਾਹ ਹੈ, ਸ਼ਾਬਾਸ਼ੇ ਹੈ, ਜਿਸ ਦੇ ਲੜ ਲੱਗ ਕੇ ਮੈਂ ਪਰਮਾਤਮਾ ਨੂੰ ਸਿਮਰ ਸਕਦਾ ਹਾਂ। ਪਾਇਆ ਰਤਨ ਘਰਾਹੋ ਦੀਵਾ ਬਾਲਿਆ, ਉਹ ਸਤਿਗੁਰੂ, ਉਹ ਸੱਚਾ ਗੁਰੂ, ਜਿਹਨੇ ਕਿ ਗਿਆਨ ਦਾ ਦੀਵਾ ਜਦੋਂ ਮਨੁੱਖ ਦੇ ਅੰਦਰ ਬਾਲ ਦਿੰਦਾ ਹੈ, ਤਾਂ ਉਹ ਮਨੁੱਖ ਆਪਣੇ ਘਰ ਦੇ ਵਿੱਚੋਂ ਹੀ, ਆਪਣੇ ਹਿਰਦੇ ਦੇ ਵਿੱਚੋਂ ਹੀ ਪਰਮਾਤਮਾ ਦਾ ਨਾਮ ਰੂਪੀ ਰਤਨ ਲੱਭ ਲੈਂਦਾ ਹੈ। ਪਾਇਆ ਰਤਨ ਘਰਾਹੋ, ਘਰਾਹੋ ਤੋਂ ਭਾਵ ਆਪਣੇ ਅੰਦਰੋਂ ਹੀ ਉਸ ਪਰਮਾਤਮਾ ਦੇ ਨਾਮ ਰਤਨ ਨੂੰ ਲੱਭ ਲੈਣਾ ਹੈ। ਸੱਚਾ ਸ਼ਬਦ ਸਲਾਹੇ ਸੁਖੀਏ ਸੱਚ ਵਾਲਿਆ, ਕਿ ਜਿਹੜੇ ਮਨੁੱਖ ਉਸ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਦੇ ਹਨ, ਉਸ ਪਰਮਾਤਮਾ ਦੇ ਗੁਣਾਂ ਨੂੰ ਪਛਾਣ ਕੇ ਉਹਦੀ ਵਾਹ ਵਾਹ ਕਰਦੇ ਹਨ, ਉਹ ਸੁਖੀ ਵਸਦੇ ਹਨ। ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਨੂੰ ਖਤਮ ਕਰਨ ਦੀਆਂ ਅਰਦਾਸਾਂ ਨਹੀਂ ਕਰਨੀਆਂ ਪੈਂਦੀਆਂ। ਉਹਨਾਂ ਦੀ ਮਾਨਸਿਕ ਸਥਿਤੀ ਹੀ ਐਸੀ ਹੋ ਜਾਂਦੀ ਹੈ ਕਿ ਉਹ ਸਦਾ ਸੁਖੀ ਹੀ ਵਸਦੇ ਹਨ। ਦੁੱਖ ਉਹਨਾਂ ਨੂੰ ਦੁੱਖ ਲੱਗਦੇ ਹੀ ਨਹੀਂ। ਨਿਡਰਿਆਂ ਡਰ ਲੱਗ ਗਰਭ ਸੇ ਗਾਲਿਆ, ਤੇ ਜਿਹੜੇ ਪਰਮਾਤਮਾ ਦੇ ਡਰ ਤੋਂ ਨਿਡਰ ਹੁੰਦੇ ਨੇ ਜਾਂ ਨਿਡਰ ਹੋ ਜਾਂਦੇ ਨੇ, ਜਿਨ੍ਹਾਂ ਨੂੰ ਪਰਮਾਤਮਾ ਦਾ ਡਰ ਅਦਬ ਨਹੀਂ ਰਹਿੰਦਾ, ਉਹਨਾਂ ਨੂੰ ਹੋਰ ਡਰ ਮਾਰਦੇ ਹਨ। ਜਾਂ ਤੇ ਤੁਸੀਂ ਪਰਮਾਤਮਾ ਦਾ ਡਰ ਰੱਖੋ ਆਪਣੇ ਦਿਲ ਦੇ ਵਿੱਚ, ਤੇ ਬਾਕੀ ਦੇ ਸਾਰੇ ਡਰ ਮੁਕਾ ਲਓ, ਤੇ ਜਾਂ ਫਿਰ ਪਰਮਾਤਮਾ ਦਾ ਡਰ ਮੁਕਾ ਲਓ, ਤੇ ਬਾਕੀ ਦੇ ਡਰਾਂ ਦੇ ਅੱਗੇ ਡਰਦੇ ਰਹੋ। ਬਾਕੀ ਦੇ ਡਰ ਕਿੱਦਾਂ ਦੇ ਹੋ ਸਕਦੇ ਨੇ? ਵਿਕਾਰਾਂ ਦਾ ਡਰ, ਅਹੰਕਾਰ ਦਾ ਡਰ। ਗਰਭ ਸੇ ਗਾਲਿਆ, ਗਰਭ ਤੋਂ ਭਾਵ ਅਹੰਕਾਰ, ਕਿ ਉਹ ਮਨੁੱਖ ਜਿਹੜੇ ਪਰਮਾਤਮਾ ਦੇ ਡਰ ਦੇ ਵਿੱਚ ਨਹੀਂ ਰਹਿੰਦੇ, ਉਹ ਹੰਕਾਰ ਦੇ ਵਿੱਚ ਗਲਦੇ ਰਹਿੰਦੇ ਹਨ। ਨਾਵੋਂ ਭੁੱਲਾ ਜਗ
ਫਿਰੈ ਬੇਤਾਲਿਆ ਕਿ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਕੇ ਇਹ ਜੋ ਸੰਸਾਰ ਹੈ ਬੇਤਾਲ ਹੋਇਆ ਘੁੰਮਦਾ ਹੈ। ਸ਼ਲੋਕ ਮਹਿਲਾ ਤੀਜਾ। ਭੈ ਵਿੱਚ ਜੰਮੈ ਭੈ ਮਰੈ, ਵੀ ਭਉ ਮਨ ਮਹਿ ਹੋਏ, ਨਾਨਕ ਭੈ ਵਿੱਚ ਜੇ ਮਰੈ, ਸਹਿਲਾ ਆਇਆ ਹੋਏ। ਕਹਿੰਦੇ ਜੋ ਮਨੁੱਖ ਹੈ ਉਹ ਸਹਿਮ ਦੇ ਵਿੱਚ ਜੰਮਦਾ ਹੈ, ਸਹਿਮ ਦੇ ਵਿੱਚ ਹੀ ਮਰਦਾ ਹੈ, ਤੇ ਸਦਾ ਹੀ ਸਹਿਮ ਦੇ ਵਿੱਚ ਇਹਦਾ ਮਨ ਟਿਕਿਆ ਰਹਿੰਦਾ ਹੈ। ਹਰ ਵਕਤ ਮਨੁੱਖ ਦੇ ਮਨ ਦੇ ਵਿੱਚ ਕੋਈ ਨਾ ਕੋਈ ਡਰ ਚੱਲਦਾ ਰਹਿੰਦਾ ਹੈ। ਬੇਸ਼ੱਕ ਉਹ ਖੁਦ ਦੀ ਜ਼ਿੰਦਗੀ ਨੂੰ ਗਵਾਉਣ ਦਾ ਡਰ ਹੋਵੇ, ਆਪਣੇ ਕਰੀਬੀਆਂ ਦੀ ਜ਼ਿੰਦਗੀ ਨੂੰ ਗਵਾਉਣ ਦਾ ਡਰ ਹੋਵੇ, ਕਿਸੇ ਹੋਰ ਦੁਨਿਆਵੀ ਵਸਤੂ ਦੇ ਖੁੱਸ ਜਾਣ ਦਾ ਡਰ ਹੋਵੇ, ਪਰ ਡਰ ਮਨੁੱਖ ਦੇ ਮਨ ਦੇ ਵਿੱਚ ਬਣਿਆ ਰਹਿੰਦਾ ਹੈ। ਤੇ ਗੁਰੂ ਜੀ ਕਹਿੰਦੇ ਕਿ ਹੇ ਨਾਨਕ, ਜੋ ਮਨੁੱਖ ਪਰਮਾਤਮਾ ਦਾ ਡਰ ਆਪਣੇ ਮਨ ਦੇ ਵਿੱਚ ਵਸਾ ਕੇ ਆਪਣਾ ਆਪਾ ਭਾਵ ਮਾਰ ਲਏ, ਉਹਦੇ ਬਾਕੀ ਦੇ ਸਾਰੇ ਹੀ ਡਰ ਖਤਮ ਹੋ ਜਾਂਦੇ ਨੇ। ਉਹਦਾ ਜੰਮਣਾ ਜੋ ਹੈ ਮੁਬਾਰਕ ਹੈ। ਸਹਿਲਾ ਆਇਆ ਸੋਏ। ਜਿੰਨਾ ਚਿਰ ਜਗਤ ਦੀ ਮਮਤਾ, ਦੁਨਿਆਵੀ ਚੀਜ਼ਾਂ ਦਾ ਮੋਹ ਸਾਡੇ ਦਿਲ ਦੇ ਅੰਦਰ ਹੈ, ਉਨਾ ਚਿਰ ਅਸੀਂ ਆਪਣੇ ਅੰਦਰੋਂ ਡਰ ਨੂੰ ਖਤਮ ਨਹੀਂ ਕਰ ਸਕਦੇ। ਜਦੋਂ ਸਾਡੇ ਅੰਦਰੋਂ ਉਹ ਮੋਹ ਮੁੱਕ ਗਿਆ ਤਾਂ ਸਾਡਾ ਡਰ ਵੀ ਮੁੱਕ ਜਾਏਗਾ, ਤੇ ਫਿਰ ਸਾਨੂੰ ਕਿਸੇ ਵੀ ਚੀਜ਼ ਦੇ ਜਾਂ ਕਿਸੇ ਵੀ ਆਪਣੇ ਕਰੀਬੀ ਦੇ ਖੁੱਸ ਜਾਣ ਦਾ ਵੀ ਡਰ ਨਹੀਂ ਹੋਏਗਾ। ਸਾਡਾ ਮਨ ਜੋ ਹੈ ਉਹ ਸ਼ਾਂਤ ਰਹੇਗਾ। ਇਸ ਗੱਲ ਨੂੰ ਕੁਝ ਹੱਦ ਤੱਕ ਆਪਾਂ ਜੋ ਮੋਹ ਵਿਕਾਰ ਦੇ ਬਾਰੇ 'ਚ ਵੀਡੀਓ ਕੀਤੀ ਸੀ ਉਹਦੇ 'ਚ ਐਕਸਪਲੇਨ ਕੀਤਾ ਸੀ ਕਿ ਕਿਸ ਤਰ੍ਹਾਂ ਜੋ ਮੋਹ ਹੈ ਸਾਡਾ ਅੱਜ ਦੀ ਘੜੀ ਜੇਕਰ ਅਸੀਂ ਵੇਖਦੇ ਹਾਂ ਤਾਂ ਅਜਿਹਾ ਲੱਗਦਾ ਹੈ ਕਿ ਮੋਹ ਤੋਂ ਬਿਨਾਂ ਅਸੀਂ ਕਿਵੇਂ ਰਹਿ ਸਕਦੇ ਹਾਂ। ਪਰ ਜੇ ਅਸੀਂ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ, ਮਨ ਦੇ ਵਿੱਚੋਂ ਇਸ ਤਰ੍ਹਾਂ ਦੇ ਡਰਾਂ ਨੂੰ ਖਤਮ ਕਰਨਾ ਹੈ, ਤਾਂ ਮੋਹ ਨੂੰ ਵੀ ਖਤਮ ਕਰਨਾ ਜ਼ਰੂਰੀ ਹੈ। ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਜਦੋਂ ਖੁਸ਼ੀਆਂ ਆਉਂਦੀਆਂ ਨੇ ਤਾਂ ਉਹ ਆਪਣੇ ਨਾਲ ਹੀ ਦੁੱਖ ਵੀ ਲੈ ਕੇ ਆਉਂਦੀਆਂ ਨੇ। ਹੋਰ ਨਾ ਸਹੀ ਤਾਂ ਸਿਰਫ ਇੰਨਾ ਕੁ ਦੁੱਖ ਤੇ ਜ਼ਰੂਰ ਹੁੰਦਾ ਹੈ ਕਿ ਕਿਤੇ ਇਹ ਖੁਸ਼ੀਆਂ ਜੋ ਨੇ ਇਹ ਸਾਡੇ ਤੋਂ ਖੁੱਸ ਨਾ ਜਾਣ। ਇੰਨਾ ਕੁ ਡਰ ਸਾਡੇ ਮਨ ਦੇ ਵਿੱਚ ਜ਼ਰੂਰ ਹੁੰਦਾ ਹੈ। ਤਾਂ ਜੇ ਉਸ ਡਰ ਨੂੰ ਖਤਮ ਕਰਨਾ ਤਾਂ ਪਹਿਲਾਂ ਖੁਸ਼ੀਆਂ ਨੂੰ ਹੀ ਖਤਮ ਕਰ ਲਈਏ। ਖੁਸ਼ੀਆਂ ਨੂੰ ਖਤਮ ਕਰਨ ਤੋਂ ਵੀ ਭਾਵ ਇਹ ਨਹੀਂ ਕਿ ਅਸੀਂ ਖੁਸ਼ ਹੀ ਨਹੀਂ ਹੋਣਾ, ਭਾਵ ਇਹ ਹੈ ਕਿ ਅਸੀਂ ਦੋਨਾਂ ਦਾ ਫਾਸਲਾ ਹੀ ਮਿਟਾ ਦਈਏ। ਅਸੀਂ ਦੁੱਖਾਂ ਤੇ ਸੁੱਖਾਂ ਨੂੰ ਇੱਕ ਕਰ ਲਈਏ। ਅਸੀਂ ਆਪਣੇ ਮਨ ਨੂੰ ਇਸ ਤਰ੍ਹਾਂ ਦੇ ਨਾਲ ਕਠੋਰ ਕਰ ਲਈਏ ਕਿ ਸਾਨੂੰ ਦੁੱਖ ਦੁੱਖ ਨਾ ਲੱਗੇ, ਖੁਸ਼ੀਆਂ ਖੁਸ਼ੀਆਂ ਨਾ ਲੱਗਣ। ਹਰ ਤਰ੍ਹਾਂ ਦੀ ਸਥਿਤੀ ਦੇ ਵਿੱਚ ਅਸੀਂ ਸਥਿਰ ਰਹੀਏ, ਸਾਡੇ ਅੰਦਰ ਇੱਕ ਖਿੜਾਓ ਹੋਵੇ। ਅੱਗੇ ਚੱਲਦੇ ਹਾਂ। ਮਹਿਲਾ ਤੀਜਾ। ਭੈ ਬਿਨ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਭੈ ਬਿਨ ਜੇ ਮਰੈ ਮੂੰਹੇ ਕਾਲਾ ਉੱਠ ਜਾਏ। ਕਹਿੰਦੇ ਕਿ ਪ੍ਰਮਾਤਮਾ ਦਾ ਡਰ ਹਿਰਦੇ ਦੇ ਵਿੱਚ ਵਸਾਉਣ ਤੋਂ ਬਿਨਾਂ ਬੇਸ਼ੱਕ ਮਨੁੱਖ ਇੱਥੇ ਲੰਬੀ ਉਮਰ ਜੀ ਲਵੇ, ਬੜੀਆਂ ਉਹ ਮੌਜਾਂ ਆਪਣੀ ਜ਼ਿੰਦਗੀ ਦੇ ਵਿੱਚ ਮਾਣ ਲਵੇ, ਖੁਸ਼ੀਆਂ ਖੱਟ ਲਵੇ, ਪਰ ਹੇ ਨਾਨਕ, ਪ੍ਰਮਾਤਮਾ ਦਾ ਡਰ ਜਦੋਂ ਹਿਰਦੇ ਦੇ ਵਿੱਚ ਨਹੀਂ ਹੁੰਦਾ ਤੇ ਜਦੋਂ ਮਨੁੱਖ ਇਸ ਦੁਨੀਆ ਨੂੰ ਛੱਡ ਕੇ ਜਾਂਦਾ ਹੈ ਤਾਂ ਮੂੰਹ ਕਾਲਾ ਕਰਾ ਕੇ ਹੀ ਜਾਂਦਾ ਹੈ। ਹੁਣ ਇੱਥੇ ਵੀ ਇਸ ਅੰਗ ਦੀ ਪਹਿਲੀ ਪੰਕਤੀ ਵਾਂਗ ਹੀ ਇੰਟਰਪ੍ਰੀਟੇਸ਼ਨ ਥੋੜੀ ਔਖੀ ਹੈ। ਅਸੀਂ ਇਸ ਪੰਕਤੀ ਨੂੰ ਸਰਲ ਪੰਜਾਬੀ ਦੇ ਵਿੱਚ ਤੇ ਜਾਣ ਸਕਦੇ ਹਾਂ ਕਿ ਜੋ ਮਨੁੱਖ ਪਰਮਾਤਮਾ ਦਾ ਡਰ ਆਪਣੇ ਹਿਰਦੇ ਦੇ ਵਿੱਚ ਨਹੀਂ ਰੱਖਦਾ ਉਹ ਮੂੰਹ ਕਾਲਾ ਕਰਾ ਕੇ ਇੱਥੋਂ ਜਾਂਦਾ ਹੈ। ਪਰ ਕਈ ਤਰ੍ਹਾਂ ਦੇ ਸਵਾਲ ਇਸ ਪੰਕਤੀ ਦੇ ਵਿੱਚੋਂ ਪੈਦਾ ਹੁੰਦੇ ਨੇ ਜਿਨ੍ਹਾਂ ਦੇ ਜਵਾਬ ਜਾਣਨੇ ਥੋੜੇ ਮੁਸ਼ਕਲ ਨੇ। ਇੱਕ ਤੇ ਇਹ ਕਿ ਉਹ ਜਾਂਦਾ ਕਿੱਥੇ ਹੈ, ਦੂਜਾ ਇਹ ਕਿ ਮੂੰਹ ਕਾਲਾ ਕਿਸ ਤਰ੍ਹਾਂ ਹੁੰਦਾ ਹੈ। ਜੇ ਅਸੀਂ ਆਪਣੀ ਸੋਚਣ ਸ਼ਕਤੀ ਦੇ ਨਾਲ ਸੋਚੀਏ ਕਿ ਇੱਕ ਆਮ ਇਨਸਾਨ ਹੈ ਜਿਸ ਨੇ ਆਪਣੀ ਆਮ ਜਿਹੀ ਜ਼ਿੰਦਗੀ ਬਤੀਤ ਕੀਤੀ ਹੈ, ਕਿਸੇ ਨਾਲ ਕੋਈ ਲੜਾਈ ਝਗੜਾ ਮੁੱਲ ਨਹੀਂ ਲਿਆ, ਆਪਦੀ ਕਿਰਤ ਕੀਤੀ ਹੈ, ਮਿਹਨਤ ਕੀਤੀ ਹੈ, ਆਪਣਾ ਆਪਣੇ ਪਰਿਵਾਰ ਦਾ ਪੇਟ ਪਾਲਿਆ ਹੈ, ਆਪਣੀ ਉਮਰ ਭੋਗ ਕੇ ਉਹ ਇਨਸਾਨ ਇਸ ਦੁਨੀਆ ਤੋਂ ਚਲਾ ਗਿਆ ਹੈ, ਤਾਂ ਉਹਦਾ ਮੂੰਹ ਕਾਲਾ ਕਿੱਦਾਂ ਹੋਇਆ? ਮੂੰਹ ਕਾਲੇ ਤੋਂ ਭਾਵ ਹੁੰਦਾ ਹੈ ਬੇਇੱਜ਼ਤ ਹੋ ਜਾਣਾ। ਤਾਂ ਉਹ ਇਨਸਾਨ ਬੇਇੱਜ਼ਤ ਕਿੱਥੇ ਹੋਇਆ, ਕਿਵੇਂ ਹੋਇਆ? ਇਸ ਗੱਲ ਨੂੰ ਮਹਿਸੂਸ ਕਰ ਪਾਉਣਾ ਜਾਂ ਇਮੈਜਿਨ ਕਰ ਪਾਉਣਾ ਥੋੜ੍ਹਾ ਔਖਾ ਹੈ। ਅਸੀਂ ਸਿਰਫ ਇਸ ਪੰਕਤੀ ਦੀ ਵਿਆਖਿਆ ਕਰ ਸਕਦੇ ਹਾਂ, ਪਰ ਇਹਦੇ ਪਿੱਛੇ ਦੇ ਭਾਵ ਨੂੰ ਜਾਣਨਾ ਜਾਂ ਪ੍ਰੈਕਟੀਕਲ ਤੌਰ ਤੇ ਇਹਦੇ ਅਰਥਾਂ ਨੂੰ ਸਮਝਣਾ ਥੋੜ੍ਹਾ ਔਖਾ ਹੈ। ਪੌੜੀ। ਸਤਿਗੁਰ ਹੋਏ ਦਇਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀ ਹੈ। ਇਹ ਇੱਕ ਬੜਾ ਹੀ ਸੋਹਣਾ ਸ਼ਬਦ ਹੈ। ਗਾਉਣ ਦੇ ਵਿੱਚ ਵੀ ਬੜਾ ਹੀ ਵਧੀਆ ਢੰਗ ਦੇ ਨਾਲ ਇਸ ਨੂੰ ਗਾਇਆ ਜਾਂਦਾ ਹੈ। ਬੜਾ ਹੀ ਰਸਮਈ ਸ਼ਬਦ ਹੈ ਤੇ ਮੇਰੀ ਇਸ ਦੇ ਨਾਲ ਇੱਕ ਪਰਸਨਲ ਯਾਦ ਜੁੜੀ ਹੋਈ ਹੈ। ਜਦੋਂ ਕਾਲਜ ਟਾਈਮ ਦੇ ਵਿੱਚ ਮੈਂ ਇਸ ਸ਼ਬਦ ਦਾ
ਗਾਨ ਕੀਤਾ ਸੀ ਆਪਣੇ ਕੁਝ ਸਾਥੀਆਂ ਦੇ ਨਾਲ। ਇਹ ਕੁੱਲ 8 ਪੰਕਤੀਆਂ ਨੇ ਇਸ ਸ਼ਬਦ ਦੇ ਵਿੱਚ, ਤੇ ਮੇਨ ਜੋ ਗੱਲ ਹੋ ਰਹੀ ਹੈ ਉਹ ਇਹ ਹੈ ਕਿ ਜਿਸ ਮਨੁੱਖ ਦੇ ਉੱਤੇ ਸਤਿਗੁਰੂ ਕਿਰਪਾ ਕਰਦਾ ਹੈ ਉਸ ਮਨੁੱਖ ਦੇ ਨਾਲ ਕੀ ਕੁਝ ਹੁੰਦਾ ਹੈ, ਉਹਦੇ ਅਹਿਸਾਸ ਕਿੱਦਾਂ ਦੇ ਹੁੰਦੇ ਨੇ। ਸੋ ਪਹਿਲੀ ਪੰਕਤੀ ਦੇ ਵਿੱਚ ਕਿ ਸਤਿਗੁਰ ਹੋਏ ਦਇਆਲ ਤਾਂ ਸਰਧਾ ਪੂਰੀ ਹੈ, ਕਿ ਜਿਸ ਮਨੁੱਖ ਦੇ ਉੱਤੇ ਪਰਮਾਤਮਾ ਜਾਂ ਸੱਚਾ ਗੁਰੂ ਕਿਰਪਾ ਕਰੇ ਉਹਦੀ ਉਸ ਪਰਮਾਤਮਾ ਦੇ ਵਿੱਚ ਸ਼ਰਧਾ ਪੂਰੀ ਵੱਜ ਜਾਂਦੀ ਹੈ। ਉਹ ਪੱਕੇ ਤੌਰ ਤੇ ਉਸ ਪਰਮਾਤਮਾ ਦੇ ਵਿੱਚ ਵਿਸ਼ਵਾਸ ਕਰਨ ਲੱਗ ਜਾਂਦਾ ਹੈ। ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਐ, ਉਹ ਕਦੇ ਵੀ ਝੂਰਦਾ ਨਹੀਂ, ਕਦੇ ਚਿੰਤਾਵਾਂ ਦੇ ਵਿੱਚ ਫਸਦਾ ਨਹੀਂ, ਕਿਸੇ ਦੇ ਨਾਲ ਵੀ ਗੁੱਸੇ ਗਿਲੇ ਨਹੀਂ ਕਰਦਾ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ, ਕਿ ਜਿਸ ਦੇ ਉੱਤੇ ਸਤਿਗੁਰੂ ਕਿਰਪਾ ਕਰਦਾ ਹੈ ਉਹ ਮਨੁੱਖ ਦੁੱਖਾਂ ਨੂੰ ਭੁੱਲ ਜਾਂਦਾ ਹੈ, ਕਿਉਂਕਿ ਉਹਦੇ ਲਈ ਸੁੱਖ ਤੇ ਦੁੱਖ ਇੱਕ ਬਰਾਬਰ ਹੋ ਜਾਂਦੇ ਨੇ। ਉਹਦੀ ਮਾਨਸਿਕ ਸਥਿਤੀ ਸਥਿਰ ਹੋ ਜਾਂਦੀ ਹੈ। ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ, ਤੇ ਉਹ ਮਨੁੱਖ ਪਰਮਾਤਮਾ ਦੇ ਮੇਲ ਦਾ, ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ, ਕਹਿੰਦੇ ਜਦੋਂ ਸਤਿਗੁਰੂ ਦੀ ਕਿਰਪਾ ਮਨੁੱਖ ਦੇ ਉੱਤੇ ਹੋ ਗਈ ਤਾਂ ਉਹਨੂੰ ਜਮਾਂ ਦਾ ਡਰ ਵੀ ਕੈਸਾ, ਉਹ ਜਮਾਂ ਤੋਂ ਵੀ ਨਹੀਂ ਡਰਦਾ। ਉਹਨੂੰ ਆਤਮਿਕ ਮੌਤ ਦਾ ਵੀ ਡਰ ਨਹੀਂ ਰਹਿੰਦਾ, ਸਰੀਰਕ ਮੌਤ ਦਾ ਵੀ ਡਰ ਨਹੀਂ ਰਹਿੰਦਾ। ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ, ਤੇ ਉਹ ਮਨੁੱਖ ਹਮੇਸ਼ਾ ਹੀ ਸੁਖੀ ਵਸਦਾ ਹੈ। ਉਹ ਸਤਿਗੁਰੂ ਉਸ ਮਨੁੱਖ ਨੂੰ ਹਮੇਸ਼ਾ ਹੀ ਸੁੱਖ ਦੀ ਬਖਸ਼ਿਸ਼ ਕਰਦਾ ਹੈ। ਹੁਣ ਤੁਹਾਡੇ ਮਨ ਦੇ ਵਿੱਚ ਸਵਾਲ ਆਇਆ ਹੋਵੇਗਾ ਕਿ ਪਿੱਛੇ ਤੇ ਅਸੀਂ ਕਹਿ ਕੇ ਹਟੇ ਹਾਂ ਕਿ ਕੋਈ ਵੀ ਅਜਿਹਾ ਮਨੁੱਖ ਨਹੀਂ ਜਿਹਦੀ ਜ਼ਿੰਦਗੀ ਦੇ ਵਿੱਚ ਦੁੱਖ ਨਾ ਹੋਣ, ਤੇ ਹੁਣ ਅਸੀਂ ਕਹਿ ਰਹੇ ਹਾਂ ਕਿ ਸਤਿਗੁਰੂ ਮਨੁੱਖ ਨੂੰ ਹਮੇਸ਼ਾ ਹੀ ਸੁੱਖ ਬਖਸ਼ਦਾ ਹੈ। ਤਾਂ ਇੱਥੇ ਸਮਝਿਓ ਕਿ ਜਦੋਂ ਤੁਹਾਡੀ ਮਾਨਸਿਕ ਸਥਿਤੀ ਸਥਿਰਤਾ ਵਾਲੀ ਹੋ ਗਈ ਤਾਂ ਤੁਹਾਨੂੰ ਦੁੱਖ ਲੱਗਦੇ ਹੀ ਨਹੀਂ, ਤੇ ਜਦੋਂ ਦੁੱਖ ਨਾ ਲੱਗਣ ਤਾਂ ਹਰ ਵੇਲੇ ਸੁੱਖ ਹੀ ਹੁੰਦਾ ਹੈ। ਸਤਿਗੁਰ ਹੋਏ ਦਇਆਲ ਤਾਂ ਨਵਨਿਧ ਪਾਈਐ, ਕਹਿੰਦੇ ਜਦੋਂ ਸੱਚੇ ਗੁਰੂ ਦੀ ਕਿਰਪਾ ਹੋਵੇ ਤਾਂ ਮਨੁੱਖ 9 ਨਿਧੀਆਂ 9 ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ, ਤੇ ਖਜ਼ਾਨਿਆਂ ਦੇ ਮਾਲਕ ਉਸ ਪਰਮਾਤਮਾ ਦੇ ਵਿੱਚ ਸਮਾਇਆ ਰਹਿੰਦਾ ਹੈ, ਉਹਦੀ ਯਾਦ ਦੇ ਵਿੱਚ ਜੁੜਿਆ ਰਹਿੰਦਾ ਹੈ। ਸ਼ਲੋਕ ਮਹਿਲਾ ਪਹਿਲਾ। ਸਿਰ ਖੋਹਾਏ ਪੀਹੈ ਮਲਵਾਣੀ, ਝੂਠਾ ਮੰਗ ਮੰਗ ਖਾਹੀ, ਫੋਲ ਫਦੀਹਤ ਮੂੰਹੇ ਲੈਣ ਪੜਾਸਾ, ਪਾਣੀ ਦੇਖ ਸਗਾਹੀ। ਇਹ ਜੋ ਸ਼ਲੋਕ ਹੈ ਕਾਫੀ ਲੰਬਾ ਹੈ। ਇਹਨਾਂ ਪੰਕਤੀਆਂ ਤੋਂ ਇਸ ਸ਼ਲੋਕ ਦੀ ਸ਼ੁਰੂਆਤ ਹੁੰਦੀ ਹੈ ਤੇ ਇਸ ਵੀਡੀਓ ਦੇ ਐਂਡ ਤੱਕ, ਜਾਣੀ ਇਸ ਅੰਗ ਦੀ ਬਾਣੀ ਦੇ ਐਂਡ ਤੱਕ ਇਹੀ ਸ਼ਲੋਕ ਹੁਣ ਚੱਲੇਗਾ। ਇਸ ਸ਼ਲੋਕ ਦੇ ਵਿੱਚ, ਪੂਰੇ ਸ਼ਲੋਕ ਦੇ ਵਿੱਚ ਗੁਰੂ ਜੀ ਨੇ ਜੈਨ ਧਰਮ ਦੇ ਲੋਕਾਂ ਦੇ ਬਾਰੇ 'ਚ ਗੱਲ ਕੀਤੀ ਹੈ। ਵੱਖ-ਵੱਖ ਵਿਧੀਆਂ, ਵੱਖ-ਵੱਖ ਕਾਰਜ ਜੋ ਉਹ ਕਰਦੇ ਹਨ ਉਹਨਾਂ ਦੀ ਗੱਲ ਕੀਤੀ ਹੈ ਅਤੇ ਉਹਨਾਂ ਦੇ ਉੱਪਰ ਟਿੱਪਣੀ ਕੀਤੀ ਹੈ। ਕੁਝ ਪੰਕਤੀਆਂ ਨੂੰ ਪੜ੍ਹ ਕੇ ਸਾਡੇ ਮਨਾਂ ਦੇ ਵਿੱਚ ਕਈ ਪ੍ਰਕਾਰ ਦੇ ਸਵਾਲ ਵੀ ਪੈਦਾ ਹੋਣਗੇ। ਉਹਨਾਂ ਸਵਾਲਾਂ ਦੇ ਉੱਤਰ ਦੇਣੇ ਥੋੜ੍ਹੇ ਮੁਸ਼ਕਲ ਵੀ ਨੇ ਤੇ ਵਿਵਾਦਪੂਰਵਕ ਵੀ ਹੋ ਸਕਦੇ ਨੇ। ਉਹਨਾਂ ਪੰਕਤੀਆਂ ਨੂੰ ਅਸੀਂ 2 ਪਹਿਲੂਆਂ ਤੋਂ ਵੇਖ ਸਕਦੇ ਹਾਂ। ਉਹਨਾਂ ਦੋਨਾਂ ਦੀ ਹੀ ਤੁਹਾਡੇ ਸਾਹਮਣੇ ਗੱਲ ਰੱਖੀ ਜਾਏਗੀ ਤੇ ਉਹਨਾਂ 'ਚੋਂ ਕਿਹੜੀ ਗੱਲ ਨੂੰ ਤੁਸੀਂ ਮੰਨਣਾ ਹੈ, ਕਿਹੜੀ ਨੂੰ ਸਮਝਣਾ ਹੈ, ਇਹ ਤੁਸੀਂ ਖੁਦ ਫੈਸਲਾ ਲਵੋਗੇ। ਹੁਣ ਆਪਾਂ ਇਹਦੀ ਵਿਆਖਿਆ ਦੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਸਿਰ ਖੋਹਾਏ ਪੀਹੈ ਮਲਵਾਣੀ, ਝੂਠਾ ਮੰਗ ਮੰਗ ਖਾਹੀ, ਫੋਲ ਫਦੀਹਤ ਮੂੰਹੇ ਲੈਣ ਪੜਾਸਾ, ਪਾਣੀ ਦੇਖ ਸਗਾਹੀ। ਇਸ ਗੱਲ ਤੋਂ ਤੇ ਤੁਸੀਂ ਸਾਰੇ ਜਾਣੂ ਹੀ ਹੋਵੋਗੇ ਕਿ ਜੋ ਜੈਨ ਧਰਮ ਹੈ ਉਹਦੇ ਵਿੱਚ ਜੀਵ ਹੱਤਿਆ ਨੂੰ ਬਹੁਤ ਮਾੜਾ ਤੇ ਬਹੁਤ ਪਾਪ ਭਰਿਆ ਕੰਮ ਮੰਨਿਆ ਜਾਂਦਾ ਹੈ। ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਵੀ ਪ੍ਰਕਾਰ ਦੇ ਨਾਲ ਕਿਸੇ ਵੀ ਜੀਵ ਨੂੰ ਕੋਈ ਨੁਕਸਾਨ ਨਾ ਹੋਵੇ। ਇਸੇ ਸੋਚ ਦੇ ਚੱਲਦੇ ਹੀ, ਜਾਂ ਜਿਸ ਤਰ੍ਹਾਂ ਗੁਰੂ ਜੀ ਨੇ ਕਿਹਾ ਕਿ ਇਹ ਇੱਕ ਵਹਿਮ ਹੈ, ਭਰਮ ਹੈ, ਇਸ ਭਰਮ ਦੇ ਚੱਲਦੇ ਹੀ ਉਹਨਾਂ ਦੀਆਂ ਸਾਰੀਆਂ ਜੋ ਪ੍ਰਕਿਰਿਆਵਾਂ ਨੇ ਉਹ ਪੈਦਾ ਹੋਈਆਂ ਨੇ। ਸਿਰ ਖੋਹਾਏ ਤੋਂ ਭਾਵ ਕਿ ਸਿਰ ਦੇ ਵਾਲ ਮੁਨਾ ਲੈਣੇ, ਸਿਰ ਦੇ ਵਾਲ ਕਟਵਾ ਲੈਣੇ, ਬਿਲਕੁਲ ਗੰਜੇ ਹੋ ਜਾਣਾ, ਤਾਂ ਕਿ ਸਿਰ ਦੇ ਵਿੱਚ ਜੂਆਂ ਨਾ ਪੈਣ ਤੇ ਉਹਨਾਂ ਨੂੰ ਮਾਰਨਾ ਨਾ ਪਵੇ। ਪੀਹੈ ਮਲਵਾਣੀ, ਮਲਵਾਣੀ ਤੋਂ ਭਾਵ ਮੈਲਾ ਪਾਣੀ। ਕਹਿੰਦੇ ਉਹ ਸਾਫ਼ ਸੁਥਰਾ ਪਾਣੀ ਨਹੀਂ ਪੀਂਦੇ, ਮੈਲਾ ਪਾਣੀ ਪੀਂਦੇ ਨੇ ਤਾਂ ਕਿ ਜੀਵ ਹੱਤਿਆ ਨਾ ਹੋ ਜਾਏ। ਇੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੇ ਕਿ ਕੁਝ ਪ੍ਰਕਿਰਿਆਵਾਂ ਹੋ ਸਕਦਾ ਹੈ ਗੁਰੂ ਜੀ ਦੇ ਸਮੇਂ ਦੇ ਵਿੱਚ ਪ੍ਰਚਲਿਤ ਹੋਣ
ਤੇ ਅੱਜ ਦੀ ਘੜੀ ਨਾ ਪ੍ਰਚਲਿਤ ਹੋਣ, ਸਮੇਂ ਦੇ ਨਾਲ ਉਹ ਬਦਲ ਗਈਆਂ ਹੋਣ। ਇਸ ਲਈ ਸਾਡੇ ਲਈ ਉਹਨਾਂ ਪ੍ਰਕਿਰਿਆਵਾਂ ਨੂੰ ਇਮੈਜਿਨ ਕਰ ਪਾਉਣਾ ਥੋੜ੍ਹਾ ਮੁਸ਼ਕਿਲ ਵੀ ਹੋ ਸਕਦਾ ਹੈ। ਜਿਸ ਤਰ੍ਹਾਂ ਕਿ ਮੈਲੇ ਪਾਣੀ ਦੀ ਹੀ ਜੇ ਅਸੀਂ ਗੱਲ ਕਰੀਏ ਤਾਂ ਜੈਨ ਧਰਮ ਦੀ ਜੋ ਹੁਣ ਦੀ ਫਿਲਾਸਫੀ ਹੈ ਉਹਦੇ ਅਨੁਸਾਰ ਉਹ ਪਾਣੀ ਨੂੰ ਉਬਾਲ ਕੇ ਪੀਂਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਜੋ ਬਿਨਾਂ ਉਬਾਲਿਆ ਹੋਇਆ ਪਾਣੀ ਹੈ, ਜੋ ਅਸੀਂ ਧਰਤੀ ਦੇ ਵਿੱਚੋਂ ਪਾਣੀ ਕੱਢ ਲਿਆ, ਉਹ ਜੋ ਪਾਣੀ ਹੈ ਉਹਦੇ ਵਿੱਚ ਬਹੁਤ ਸਾਰੇ ਬੈਕਟੀਰੀਆ ਹੁੰਦੇ ਨੇ। ਜਦੋਂ ਅਸੀਂ ਉਸ ਪਾਣੀ ਨੂੰ ਪੀਂਦੇ ਹਾਂ ਤਾਂ ਉਹ ਬੈਕਟੀਰੀਆ ਮਰ ਜਾਂਦੇ ਨੇ, ਪਰ ਉਹ ਉਬਾਲਣ 'ਤੇ ਕਿਉਂ ਨਹੀਂ ਮਰਦੇ ਇਹ ਗੱਲ ਸਮਝ ਦੇ ਵਿੱਚ ਨਹੀਂ ਪਈ। ਲੇਕਿਨ ਮੁੱਕਦੀ ਗੱਲ ਇਹ ਹੈ ਕਿ ਉਹ ਪਾਣੀ ਉਬਾਲ ਕੇ ਪੀਂਦੇ ਹਨ। ਗੁਰੂ ਜੀ ਨੇ ਮਲਵਾਣੀ ਦੀ ਗੱਲ ਕੀਤੀ ਹੈ, ਮੈਲੇ ਪਾਣੀ ਦੀ ਗੱਲ ਕੀਤੀ ਹੈ। ਹੋ ਸਕਦਾ ਹੈ ਉਹਨਾਂ ਵੇਲਿਆਂ ਦੇ ਵਿੱਚ ਕੁਝ ਉਸ ਤਰ੍ਹਾਂ ਦੀ ਪ੍ਰਕਿਰਿਆ ਪ੍ਰਚਲਿਤ ਹੋਵੇ। ਅੱਗੇ ਵਧਦੇ ਹਾਂ। ਕਹਿੰਦੇ ਜੂਠਾ ਮੰਗ ਮੰਗ ਖਾਹੀ, ਤੇ ਕਹਿੰਦੇ ਕਿ ਜੂਠੀ ਰੋਟੀ ਮੰਗ ਮੰਗ ਕੇ ਖਾਂਦੇ ਹਨ। ਫੋਲ ਫਦੀਹਤ, ਫਦੀਹਤ ਹੁੰਦਾ ਹੈ ਪਖਾਨਾ, ਤੇ ਅੱਜ ਦੀ ਭਾਸ਼ਾ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਟੋਇਲਟ। ਕਹਿੰਦੇ ਕਿ ਉਹ ਉਸ ਨੂੰ ਫਰੋਲਦੇ ਹਨ ਤਾਂ ਕਿ ਉਹਦੇ ਵਿੱਚ ਕਿਸੇ ਪ੍ਰਕਾਰ ਦੇ ਜੀਵ ਪੈਦਾ ਨਾ ਹੋ ਜਾਣ। ਮੂੰਹੇ ਲੈਣ ਪੜਾਸਾ, ਪੜਾਸਾ ਤੋਂ ਭਾਵ ਗੰਦੀ ਬਦਬੂ, ਤੇ ਕਹਿੰਦੇ ਜਦੋਂ ਉਹਨੂੰ ਉਹ ਫੋਲਦੇ ਨੇ ਤਾਂ ਗੰਦੀ ਬਦਬੂ ਵੀ ਸੁੰਘਦੇ ਨੇ, ਆਪਣੇ ਮੂੰਹ ਦੇ ਵਿੱਚੋਂ ਗੰਦੀ ਬਦਬੂ ਲੈਂਦੇ ਨੇ। ਪਾਣੀ ਦੇਖ ਸਗਾਹੀ, ਤੇ ਪਾਣੀ ਨੂੰ ਦੇਖ ਕੇ ਸੰਗਦੇ ਹਨ, ਭਾਵ ਪਾਣੀ ਨੂੰ ਵਰਤਣ ਤੋਂ ਕਤਰਾਉਂਦੇ ਹਨ। ਭੇਡਾਂ ਵਾਂਗੀ ਸਿਰ ਖੋਹਾਇਨ ਭਰਿਅਨ ਹੱਥ ਸੁਆਹੀ, ਕਹਿੰਦੇ ਭੇਡਾਂ ਦੇ ਵਾਂਗ ਸਿਰ ਦੇ ਵਾਲ ਪਟਾਉਂਦੇ ਹਨ। ਭੇਡਾਂ ਵਾਂਗ ਕਿਉਂ ਕਿਹਾ ਗਿਆ ਹੈ? ਕਿਉਂਕਿ ਭੇਡਾਂ ਦੀ ਉੱਨ ਜੋ ਹੈ ਉਹ ਉਤਾਰੀ ਜਾਂਦੀ ਹੈ, ਤੇ ਜਦੋਂ ਉਹਨਾਂ ਦੀ ਉੱਨ ਉਤਾਰੀ ਜਾਂਦੀ ਹੈ ਤਾਂ ਬਿਲਕੁਲ ਗੰਜੀਆਂ ਕਰ ਦਿੱਤੀਆਂ ਜਾਂਦੀਆਂ ਹਨ। ਤੇ ਉਸੇ ਤਰ੍ਹਾਂ ਹੀ ਜੋ ਜੈਨ ਧਰਮ ਦੇ ਲੋਕ ਨੇ ਉਹ ਆਪਣੇ ਸਿਰ ਦੇ ਵਾਲ ਬਿਲਕੁਲ ਲਹਾ ਦਿੰਦੇ ਨੇ, ਗੰਜੇ ਹੋ ਜਾਂਦੇ ਨੇ। ਕਹਿੰਦੇ ਭੇਡਾਂ ਵਾਂਗੀ ਸਿਰ ਖੋਹਾਇਨ ਭਰੀਆਂ ਹੱਥ ਸੁਆਹੀ, ਤੇ ਜਦੋਂ ਉਹਨਾਂ ਦੇ ਵਾਲ ਕੱਟੇ ਜਾਂਦੇ ਹਨ ਤਾਂ ਜੋ ਵਾਲ ਕੱਟਣ ਵਾਲਾ ਹੁੰਦਾ ਹੈ ਉਹਦੇ ਹੱਥ ਸੁਆਹ ਦੇ ਨਾਲ ਭਰੇ ਜਾਂਦੇ ਹਨ। ਮਾਊ ਪੀਊ ਕਿਰਤ ਗਵਾਇਨ ਟੱਬਰ ਰੋਹਨ ਤਾਹੀ, ਮਾਊ ਪੀਊ ਕਿਰਤ ਤੋਂ ਭਾਵ ਮਾਂ ਪਿਓ ਵਾਲੀ ਕਿਰਤ। ਜੋ ਇਨਸਾਨ ਇਹ ਫੈਸਲਾ ਲੈਂਦਾ ਹੈ ਕਿ ਮੈਂ ਜੈਨ ਧਰਮ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੀਆਂ ਵਿਧੀਆਂ ਅਪਣਾਉਣੀਆਂ ਨੇ, ਤਾਂ ਉਹ ਆਪਣੇ ਜੋ ਮਾਂ ਪਿਓ ਵਾਲੀ ਕਿਰਤ ਦੀ ਜੋ ਰਸਮ ਸੀ ਉਹਨੂੰ ਛੱਡ ਦਿੰਦਾ ਹੈ। ਜਿਸ ਤਰ੍ਹਾਂ ਕਿ ਇੱਕ ਆਮ ਇਨਸਾਨ ਹੈ, ਕਿਸੇ ਵੀ ਹੋਰ ਧਰਮ ਦਾ ਇਨਸਾਨ ਹੈ, ਜਿਸ ਦੇ ਮਾਂ ਪਿਓ ਕਿਰਤ ਕਰਦੇ ਨੇ, ਕੰਮਕਾਰ ਕਰਦੇ ਨੇ, ਆਪਣਾ ਟੱਬਰ ਪਾਲਦੇ ਨੇ, ਉਹਨੂੰ ਵੀ ਪਾਲਿਆ। ਜਦੋਂ ਉਸ ਇਨਸਾਨ ਨੇ ਫੈਸਲਾ ਲੈ ਲਿਆ ਕਿ ਮੈਂ ਜੈਨ ਧਰਮ ਦੇ ਵਿੱਚ ਸ਼ਾਮਲ ਹੋਣਾ ਹੈ, ਤਾਂ ਉਹ ਕਿਰਤ ਕਰਨ ਵਾਲੀ ਜੋ ਵਿਧੀ ਹੈ ਉਹਨੂੰ ਛੱਡ ਦਿੰਦਾ ਹੈ। ਟੱਬਰ ਰੋਵਣ ਤਾਹੀਂ, ਤਾਹੀਂ ਕਹਿੰਦੇ ਕਿ ਉਹਨਾਂ ਦੇ ਜੋ ਟੱਬਰ ਨੇ ਉਹ ਵੀ ਧਾਹਾਂ ਮਾਰ ਕੇ ਰੋਂਦੇ ਨੇ ਕਿ ਇਹ ਕਿਹੜੇ ਕੁਰਾਹੇ ਪੈ ਚੱਲਿਆ ਹੈ, ਕਿ ਇਹ ਮੰਗ ਮੰਗ ਕੇ ਖਾਏਗਾ ਪਰ ਕਿਰਤ ਨਹੀਂ ਕਰੇਗਾ। ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ, ਮੋਏ ਕਿਥਾਊ ਪਾਹੀ, 68 ਤੀਰਥ ਦੇਨ ਨਾ ਢੋਈ, ਬ੍ਰਾਹਮਣ ਅੰਨ ਨਾ ਖਾਹੀ। ਹੁਣ ਇੱਥੇ ਧਾਰਮਿਕ ਪ੍ਰਕਿਰਿਆਵਾਂ ਦੀ ਗੱਲ ਹੋ ਰਹੀ ਹੈ। ਜਦੋਂ ਕੋਈ ਇਨਸਾਨ ਮਰ ਜਾਂਦਾ ਹੈ, ਉਹਦੇ ਮਰਨ 'ਤੇ ਜੋ ਪ੍ਰਕਿਰਿਆਵਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੀ ਗੱਲ ਹੋ ਰਹੀ ਹੈ। ਉਸ ਪਰਮਾਤਮਾ ਦੇ ਨਾਲ ਜੁੜਨ ਦੀ ਗੱਲ ਹੋ ਰਹੀ ਹੈ। ਅਗਲੀਆਂ ਕੁਝ ਪੰਕਤੀਆਂ ਦੇ ਵਿੱਚ ਕਹਿੰਦੇ ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ, ਕਹਿੰਦੇ ਜੈਨ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਜਦੋਂ ਕੋਈ ਇਨਸਾਨ ਮਰ ਜਾਂਦਾ ਹੈ ਤਾਂ ਉਹਦੇ ਮਰਨ 'ਤੇ ਨਾ ਤਾਂ ਉਹ ਕੋਈ ਪੱਤਲ ਕਰਦੇ ਨੇ ਤੇ ਨਾ ਹੀ ਮਰਨ 'ਤੇ ਕੀਤੀਆਂ ਜਾਣ ਵਾਲੀਆਂ ਹੋਰ ਕਿਰਿਆਵਾਂ ਕਰਦੇ ਨੇ, ਕਿਰਿਆ ਕਰਮ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਮੂਏ ਕਿਥਾਊ ਪਾਹੀ, ਕਹਿੰਦੇ ਜੋ ਮਰੇ ਹੋਏ ਮਨੁੱਖ ਨੇ ਉਹ ਕਿੱਥੇ ਜਾਂਦੇ ਨੇ ਕੁਝ ਪਤਾ ਨਹੀਂ। ਹੁਣ ਇਸ ਪੰਕਤੀ ਨੂੰ ਲਿਖਣ ਦਾ ਕਾਰਨ ਇਹ ਹੈ ਕਿ ਜੋ ਇਨਸਾਨ ਦੇ ਮਰਨ ਤੋਂ ਬਾਅਦ ਅਸੀਂ ਉਹ ਪ੍ਰਕਿਰਿਆਵਾਂ ਕਰਦੇ ਹਾਂ, ਉਹਨਾਂ ਦਾ ਮਕਸਦ ਹੁੰਦਾ ਹੈ ਕਿ ਇਨਸਾਨ ਦੀ ਆਤਮਾ ਨੂੰ ਸ਼ਾਂਤੀ ਮਿਲੇ। ਇਹ ਸੋਚ ਹੁੰਦੀ ਹੈ ਉਹਨਾਂ ਪ੍ਰਕਿਰਿਆਵਾਂ ਦੇ ਕਰਨ ਦੇ ਪਿੱਛੇ, ਤੇ ਉਸੇ ਸੋਚ ਦੇ ਸੰਬੰਧ ਦੇ ਵਿੱਚ ਹੀ ਇਹ ਪੰਕਤੀ ਲਿਖੀ ਹੈ ਕਿ ਇਹ ਜੋ ਜੈਨ ਧਰਮ ਦੇ ਲੋਕ ਨੇ ਉੱਦਾਂ ਦੀ ਕੋਈ ਵੀ ਪ੍ਰਕਿਰਿਆ ਨਹੀਂ ਕਰਦੇ, ਤਾਂ ਇਹਨਾਂ ਦੇ ਮਰੇ ਹੋਏ ਕਿੱਥੇ ਜਾਂਦੇ ਨੇ। 68 ਤੀਰਥ ਦੇਨ ਨਾ ਢੋਈ, ਕਿ ਜੋ 68 ਤੀਰਥ ਨੇ ਇਹਨਾਂ ਨੂੰ ਢੋਈ ਨਹੀਂ ਦਿੰਦੇ, ਭਾਵ ਕਿ ਇਹ 68 ਤੀਰਥਾਂ 'ਤੇ ਵੀ ਨਹੀਂ ਜਾਂਦੇ। ਬ੍ਰਾਹਮਣ ਅੰਨ ਨਾ ਖਾਹੀ, ਤੇ ਬ੍ਰਾਹਮਣ ਇਹਨਾਂ ਦਾ ਅੰਨ ਨਹੀਂ ਖਾਂਦਾ, ਭਾਵ ਕਿ ਇਹ ਜੋ ਬ੍ਰਾਹਮਣ ਪੂਜਾ ਦੀ, ਬ੍ਰਾਹਮਣ ਸੇਵਾ ਦੀ ਵਿਧੀ ਹੈ ਉਸ ਤੋਂ ਵੀ ਹੱਥ ਧੋ ਬੈਠਦੇ ਹਨ। ਹੁਣ ਇਹਨਾਂ ਪੰਕਤੀਆਂ ਨੂੰ ਅਸੀਂ ਕਈ ਤਰੀਕਿਆਂ ਦੇ ਨਾਲ ਵੇਖ ਸਕਦੇ ਹਾਂ। ਇੱਕ ਖਿਆਲ ਤੇ ਸਾਡੇ ਮਨ ਦੇ ਵਿੱਚ ਇਹ ਪੈਦਾ ਹੁੰਦਾ ਹੈ ਕਿ ਗੁਰੂ ਜੀ ਜੈਨ ਧਰਮ ਦੇ ਲੋਕਾਂ ਨੂੰ
ਇਹ ਕਹਿ ਰਹੇ ਹਨ ਕਿ ਉਹ ਹਿੰਦੂ ਧਰਮ ਦੀਆਂ ਵਿਧੀਆਂ ਨਹੀਂ ਅਪਣਾਉਂਦੇ, ਉਹ ਵਿਧੀਆਂ ਜਿਹੜੀਆਂ ਕਿ ਚੰਗੀਆਂ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਵਿਧੀਆਂ ਦੇ ਆਧਾਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਤੁਹਾਨੂੰ ਪ੍ਰਮਾਤਮਾ ਦੇ ਨਾਲ ਮਿਲਵਾਉਂਦੀਆਂ ਨੇ, ਇਹ ਤੁਹਾਡੀ ਪ੍ਰਮਾਤਮਾ ਦੇ ਨਾਲ ਸਾਂਝ ਪਵਾਉਂਦੀਆਂ ਨੇ। ਉਹ ਵਿਧੀਆਂ ਜਿਹੜੀਆਂ ਨੂੰ ਮੰਨਿਆ ਜਾਂਦਾ ਹੈ ਕਿ ਉਹਨਾਂ ਦੇ ਨਾਲ ਪ੍ਰਮਾਤਮਾ ਖੁਸ਼ ਹੁੰਦਾ ਹੈ। ਪਰ ਜਦੋਂ ਗੁਰੂ ਜੀ ਨੇ ਇਹ ਕਿਹਾ ਹੈ ਕਿ ਜੈਨ ਧਰਮ ਦੇ ਲੋਕ ਇਹਨਾਂ ਵਿਧੀਆਂ ਨੂੰ ਨਹੀਂ ਅਪਣਾਉਂਦੇ, ਤਾਂ ਕੀ ਸਾਨੂੰ ਇਹ ਤੋਂ ਇਹ ਭਾਵ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਇਹ ਵਿਧੀਆਂ ਅਪਣਾਉਣੀਆਂ ਚਾਹੀਦੀਆਂ ਨੇ? ਤੇ ਜੇ ਗੁਰੂ ਜੀ ਉਹਨਾਂ ਨੂੰ ਇਹ ਹਦਾਇਤ ਕਰਦੇ ਨੇ ਕਿ ਅਪਣਾਉਣੀਆਂ ਚਾਹੀਦੀਆਂ ਨੇ, ਤਾਂ ਕੀ ਇਹ ਵਿਧੀਆਂ ਵਾਕਿਆ ਹੀ ਦੇ ਵਿੱਚ ਸੱਚ ਨੇ? ਕੀ ਇਹਨਾਂ ਦੇ ਪਿੱਛੇ ਜੋ ਸੋਚ ਹੈ ਉਹ ਵਾਕਿਆ ਹੀ ਸੱਚ ਹੈ? ਇਹ ਇੱਕ ਦੋ ਭਾਵ ਨੇ ਜਿਹੜਿਆਂ ਦੇ ਵਿੱਚ ਅਸੀਂ ਇਹਨਾਂ ਪੰਕਤੀਆਂ ਨੂੰ ਲੈ ਸਕਦੇ ਹਾਂ। ਦੂਜਾ ਪੱਖ ਇਹ ਵੀ ਹੈ ਕਿ ਉਸ ਸਮੇਂ ਦੀ ਪ੍ਰਚਲਿਤ ਮੱਤ ਦੇ ਅਨੁਸਾਰ ਇਹਨਾਂ ਵਿਧੀਆਂ ਨੂੰ ਚੰਗੀਆਂ ਮੰਨਿਆ ਜਾਂਦਾ ਸੀ। ਜ਼ਰੂਰੀ ਨਹੀਂ ਹੈ ਕਿ ਗੁਰੂ ਜੀ ਇਹਨਾਂ ਨੂੰ ਚੰਗੀਆਂ ਕਹਿ ਰਹੇ ਹੋਣ। ਉਹ ਸਿਰਫ ਦੋ ਧਰਮਾਂ ਨੂੰ ਕੰਪੇਅਰ ਕਰਦੇ ਨੇ ਕਿ ਚਲੋ ਹਿੰਦੂ ਧਰਮ ਦੇ ਵਿੱਚ ਉਹ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਇਹ ਚੀਜ਼ਾਂ ਕਰਦੇ ਨੇ, ਪਰ ਇਹ ਚੀਜ਼ਾਂ ਵੀ ਨਹੀਂ ਕਰਦੇ। ਜੇ ਅਸੀਂ ਇਸ ਪੰਕਤੀ ਨੂੰ ਇਸ ਤਰ੍ਹਾਂ ਲਈਏ ਤਾਂ ਇੱਥੇ ਇਹ ਭਾਵ ਬਿਲਕੁਲ ਨਹੀਂ ਨਿਕਲ ਕੇ ਆ ਰਿਹਾ ਕਿ ਉਹ ਜੋ ਵਿਧੀਆਂ ਕੀਤੀਆਂ ਜਾਂਦੀਆਂ ਨੇ ਉਹ ਸਹੀ ਨੇ ਜਾਂ ਗਲਤ ਨੇ, ਜਾਂ ਉਹਨਾਂ ਦੇ ਨਾਲ ਵਾਕਿਆ ਹੀ ਪ੍ਰਮਾਤਮਾ ਖੁਸ਼ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ। ਉਹ ਜਸਟ ਇੱਕ ਕੰਪੈਰੀਜ਼ਨ ਹੈ। ਅੱਗੇ ਵਧਦੇ ਹਾਂ, ਕਹਿੰਦੇ ਸਦਾ ਕੁਚੀਲ ਰਹਿ ਦਿਨ ਰਾਤੀ, ਮੱਥਾ ਟਿਕੈ ਨਾਹੀ। ਹੁਣ ਜਦੋਂ ਉਹ ਪਾਣੀ ਨੂੰ ਵਰਤਣ ਤੋਂ ਸੰਗਦੇ ਨੇ, ਪਾਣੀ ਨੂੰ ਵਰਤਣ ਤੋਂ ਕਤਰਾਉਂਦੇ ਨੇ ਤਾਂ ਕਿ ਉਹਦੇ ਵਿਚਲੇ ਜੋ ਜੀਵ ਨੇ ਉਹ ਮਰ ਨਾ ਜਾਣ, ਇਸ ਲਈ ਉਹ ਨਹਾਉਣ ਧੋਣ ਤੋਂ ਵੀ ਗੁਰੇਜ਼ ਕਰਦੇ ਨੇ ਤੇ ਹਮੇਸ਼ਾ ਗੰਦੇ ਰਹਿੰਦੇ ਨੇ। ਦਿਨ ਰਾਤੀ ਕਹਿੰਦੇ ਕੁਚੀਲ ਰਹਿੰਦੇ ਨੇ, ਗੰਦੇ ਰਹਿੰਦੇ ਨੇ। ਮੱਥੇ ਟਿੱਕੇ ਨਾਹੀਂ, ਮੱਥੇ ਦੇ ਉੱਪਰ ਟਿੱਕਾ ਵੀ ਨਹੀਂ ਲਾਉਂਦੇ, ਭਾਵ ਨਹਾਉਣ 'ਚ ਕਦੇ ਨਹਾਉਂਦੇ ਵੀ ਨੇ ਤਾਂ ਨਹਾਉਣ ਤੋਂ ਬਾਅਦ ਆਪਣਾ ਕੋਈ ਹਾਰ ਸ਼ਿੰਗਾਰ ਵੀ ਨਹੀਂ ਕਰਦੇ, ਸਾਫ ਸਫਾਈ ਨਹੀਂ ਕਰਦੇ। ਝੁੰਡੀ ਪਾਏ ਬਹਿਨ ਨਿਤ ਮਰਨਾ, ਦੜ ਦੀਵਾਨ ਨਾ ਜਾਹੀ। ਝੁੰਡੀ ਪਾਏ ਭਾਵ ਕਿ ਨੀਵੀਂ ਪਾ ਕੇ, ਕਹਿੰਦੇ ਝੁੰਡੀ ਪਾਏ ਬਹਿਨ, ਨੀਵੀਂ ਪਾ ਕੇ ਬਹਿੰਦੇ ਹਨ। ਨਿਤ ਮਰਨਾ, ਜਿਸ ਤਰ੍ਹਾਂ ਕਿ ਕਿਸੇ ਮਰੇ ਹੋਏ ਦਾ ਸੋਗ ਕਰਨ ਦੇ ਲਈ ਬੈਠਿਆ ਜਾਂਦਾ ਹੈ। ਦੜ ਦੀਵਾਨ ਨਾ ਚਾਹੀ, ਨਾ ਇਹ ਕਿਸੇ ਗੁਰੂ ਦੇ ਦਰ 'ਤੇ ਜਾਂਦੇ ਹਨ, ਨਾ ਪ੍ਰਮਾਤਮਾ ਦੇ ਦਰ 'ਤੇ ਜਾਂਦੇ ਹਨ। ਜਿਸ ਤਰ੍ਹਾਂ ਕਿ ਹਿੰਦੂ ਧਰਮ ਦੇ ਲੋਕ ਮੰਦਰਾਂ ਦੇ ਵਿੱਚ ਜਾਂਦੇ ਨੇ, ਮੁਸਲਿਮ ਧਰਮ ਦੇ ਲੋਕ ਮਸੀਤਾਂ ਦੇ ਵਿੱਚ ਜਾਂਦੇ ਹਨ ਜਾਂ ਜਾਂਦੇ ਸੀ, ਈਸਾਈ ਧਰਮ ਦੇ ਲੋਕ ਚਰਚਾਂ ਦੇ ਵਿੱਚ ਜਾਂਦੇ ਨੇ। ਇਸੇ ਤਰ੍ਹਾਂ ਹੀ ਜੋ ਜੂਇਸ਼ ਲੋਕ ਨੇ ਉਹ ਵੀ ਆਪਣੇ ਧਾਰਮਿਕ ਸਥਾਨ 'ਤੇ ਜਾਂਦੇ ਹਨ। ਪਰ ਕਹਿੰਦੇ ਜੋ ਜੈਨ ਧਰਮ ਦੇ ਲੋਕ ਨੇ ਇਹ ਕਿਸੇ ਧਾਰਮਿਕ ਸਥਾਨ 'ਤੇ ਵੀ ਨਹੀਂ ਜਾਂਦੇ। ਧਾਰਮਿਕ ਸਥਾਨਾਂ ਨੂੰ ਪ੍ਰਮਾਤਮਾ ਦੇ ਦਰ ਮੰਨਿਆ ਜਾਂਦਾ ਹੈ, ਇਸ ਲਈ ਗੁਰੂ ਜੀ ਨੇ ਕਿਹਾ ਕਿ ਦੜ ਦੀਵਾਨ ਨਾ ਜਾਹੀ, ਤੇ ਨਾ ਹੀ ਕਹਿੰਦੇ ਇਹ ਸਤ ਸੰਗਤ ਦੇ ਵਿੱਚ ਜੁੜ ਕੇ ਬੈਠਦੇ ਹਨ। ਲੱਕੀ ਕਾਸੇ ਹੱਥੀ ਫੁੰਮਣ, ਅੱਗੋਂ ਪਿੱਛੀ ਜਾਹੀ। ਕਹਿੰਦੇ ਲੱਕਾਂ ਦੇ ਨਾਲ ਪਿਆਲੇ ਬੰਨੇ ਹੁੰਦੇ ਹਨ, ਹੱਥਾਂ ਦੇ ਵਿੱਚ ਚੌਰੀਆਂ ਫੜੀਆਂ ਹੁੰਦੀਆਂ ਹਨ, ਤੇ ਅੱਗੀ ਪਿੱਛੀ ਭਾਵ ਇੱਕ ਦੂਜੇ ਦੇ ਅੱਗੇ ਪਿੱਛੇ ਹੋ ਕੇ, ਭਾਵ ਕਿ ਕਤਾਰ ਦੇ ਵਿੱਚ ਤੁਰਦੇ ਹਨ। ਸ਼ਾਇਦ ਤੁਸੀਂ ਵੇਖਿਆ ਹੋਵੇਗਾ ਕਿ ਜੈਨ ਧਰਮ ਦੇ ਲੋਕ ਜਦੋਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਹਨ, ਅੱਜ ਵੀ ਬਹੁਤ ਹੱਦ ਤੱਕ ਇਹ ਪ੍ਰਕਿਰਿਆ ਪ੍ਰਚਲਿਤ ਹੈ ਕਿ ਉਹ ਤੁਰ ਕੇ ਜਾਂਦੇ ਹਨ। ਉਹਨਾਂ ਨੇ ਹੱਥਾਂ ਦੇ ਵਿੱਚ ਚੌਰੀਆਂ ਭਾਵ ਕਿ ਕੋਈ ਝਾੜੂ ਆਦਿਕ ਫੜਿਆ ਹੁੰਦਾ ਹੈ, ਜਿਸ ਦੇ ਨਾਲ ਕਿ ਉਹ ਬੜੇ ਹੀ ਮੁਲਾਇਮ ਤੀਲਿਆਂ ਵਾਲਾ ਝਾੜੂ ਹੁੰਦਾ ਹੈ ਕਿ ਉਹ ਆਪਣੇ ਅੱਗੇ ਤੋਂ ਰਾਹ ਸਾਫ਼ ਕਰਕੇ ਹੀ ਤੁਰਦੇ ਹਨ, ਤਾਂ ਕਿ ਉਹਨਾਂ ਦੇ ਪੈਰ ਦੇ ਨੀਚੇ ਕੋਈ ਜੀਵ ਨਾ ਆ ਕੇ ਮਰ ਜਾਏ। ਪੈਰਾਂ ਦੇ ਵਿੱਚ ਉਹ ਜੁੱਤੇ ਆਦਿਕ ਵੀ ਨਹੀਂ ਪਾਉਂਦੇ ਤੇ ਇੱਕ ਕਤਾਰ ਦੇ ਵਿੱਚ ਤੁਰਦੇ ਹਨ ਤਾਂ ਕਿ ਜ਼ਿਆਦਾ ਚੌੜਾ ਜੋ ਰਸਤਾ ਹੈ ਉਹ ਸਾਫ਼ ਨਾ ਕਰਨਾ ਪਏ, ਕਿਉਂਕਿ ਇੱਕ ਮੂਰਲੇ ਬੰਦੇ ਨੇ ਜਦੋਂ ਉਸ ਰਾਹ ਨੂੰ ਸਾਫ਼ ਕਰ ਲਿਆ ਤਾਂ ਇੱਕ ਯਕੀਨ ਬਣ ਜਾਂਦਾ ਹੈ ਕਿ ਹੁਣ ਇੱਥੇ ਕੋਈ ਜੀਵ ਨਹੀਂ ਹੋਏਗਾ, ਤਾਂ ਦੂਜੇ ਸਾਰੇ ਜਿਹੜੇ ਨੇ ਉੱਥੋਂ ਦੀ ਹੀ ਗੁਜ਼ਰਨਗੇ। ਅੱਗੇ ਕਹਿੰਦੇ ਕਿ ਨਾ ਓਏ ਜੋਗੀ, ਨਾ ਓਏ ਜੰਗਮ, ਨਾ ਓਏ ਕਾਜੀ ਮੁੱਲਾ। ਨਾ ਤਾਂ ਕਹਿੰਦੇ ਇਹਨਾਂ ਦੀ ਕੋਈ ਜੋਗੀਆਂ ਵਾਲੀ ਰਹੁ ਰੀਤ ਹੈ, ਨਾ ਜੰਗਮਾਂ ਵਾਲੀ, ਨਾ ਕਾਜ਼ੀ ਮੌਲਵੀਆਂ ਵਾਲੀ। ਦਏ ਵਿਗੋਏ ਫਿਰੈ ਬਿਗੁੱਤੇ, ਫਿੱਟਾ ਵੱਤੈ ਗਲਾ। ਦਏ ਤੋਂ ਭਾਵ ਪ੍ਰਮਾਤਮਾ ਤੇ ਵਿਗੋਏ ਤੋਂ ਭਾਵ ਖੁੰਝੇ ਹੋਣਾ। ਕਹਿੰਦੇ ਇਹ ਪ੍ਰਮਾਤਮਾ ਵੱਲੋਂ ਖੁੰਝੇ ਹੋਏ, ਫਿਰੈ ਵਿਗੁੱਤੇ ਭਟਕਦੇ ਫਿਰਦੇ ਹਨ। ਫਿੱਟਾ ਵੱਤੈ ਗਲਾ, ਕਹਿੰਦੇ ਕੋਈ ਇੱਕ ਇਨਸਾਨ ਨਹੀਂ ਹੈ, ਇਹਨਾਂ ਦਾ ਸਾਰਾ ਆਵਾ ਹੀ ਉਤਿਆ ਹੋਇਆ ਹੈ।
ਜੀਆ ਮਾਰ ਜਿਵਾਲੇ ਸੋਈ ਅਵਰ ਨਾ ਕੋਈ ਰੱਖੈ। ਕਹਿੰਦੇ ਕਿ ਇਸ ਗੱਲ ਨੂੰ ਇਹ ਨਹੀਂ ਸਮਝਦੇ ਕਿ ਜੀਵਨ ਦੇਣ ਵਾਲਾ ਵੀ ਪ੍ਰਮਾਤਮਾ ਆਪ ਹੈ ਤੇ ਮਾਰਨ ਵਾਲਾ ਵੀ ਪ੍ਰਮਾਤਮਾ ਆਪ ਹੈ। ਉਹਦੇ ਤੋਂ ਬਿਨਾਂ ਹੋਰ ਕੋਈ ਵੀ ਕਿਸੇ ਜੀਵ ਨੂੰ ਜਿਉਂਦੇ ਨਹੀਂ ਰੱਖ ਸਕਦਾ। ਦਾਨੋ ਤੇ ਇਸਨਾਨੋ ਵੰਝੇ ਭੱਸ ਪਈ ਸਿਰ ਖੁੱਥੈ। ਕਹਿੰਦੇ ਇਸ ਤਰ੍ਹਾਂ ਇਹ ਦਾਨ ਤੋਂ ਵੀ ਵਾਂਝੇ ਰਹਿ ਜਾਂਦੇ ਹਨ ਤੇ ਇਸ਼ਨਾਨ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਭਸ ਤੋਂ ਭਾਵ ਭਸਮ ਸੁਆਹ। ਕਹਿੰਦੇ ਅਜਿਹੇ ਖੁੱਥੇ ਹੋਏ ਸਿਰ ਦੇ ਵਿੱਚ ਸੁਆਹ ਪਏ। ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀਆ ਮਾਧਾਣੀ। ਇਸ ਪੰਕਤੀ ਦੇ ਵਿੱਚ ਪਾਣੀ ਦੀ ਗੱਲ ਕੀਤੀ ਗਈ ਹੈ ਕਿਉਂਕਿ ਇਹ ਲੋਕ ਪਾਣੀ ਨੂੰ ਵਰਤਣ ਤੋਂ ਕਤਰਾਉਂਦੇ ਹਨ। ਪਰ ਗੁਰੂ ਜੀ ਕਹਿੰਦੇ ਕਿ ਪਾਣੀ ਦੇ ਵਿੱਚੋਂ ਹੀ ਤਾਂ ਰਤਨ ਉਪਜੇ ਸਨ। ਜਦੋਂ ਦੇਵਤਿਆਂ ਨੇ ਸੁਮੇਰ ਪਰਬਤ ਦੀ ਮਧਾਣੀ ਬਣਾ ਕੇ ਸਮੁੰਦਰ ਨੂੰ ਰਿੜਕਿਆ ਸੀ। ਇਹ ਇੱਕ ਪ੍ਰਚਲਿਤ ਕਹਾਣੀ ਉਹਨਾਂ ਵੇਲਿਆਂ ਦੇ ਵਿੱਚ ਸੀ, ਅੱਜ ਵੀ ਹੋਏਗੀ ਕਿਤੇ ਨਾ ਕਿਤੇ। ਇਸ ਪ੍ਰਚਲਿਤ ਕਹਾਣੀ ਦੀ ਗੱਲ ਕਰਕੇ ਗੁਰੂ ਜੀ ਪਾਣੀ ਦੀ ਮਹੱਤਤਾ ਦੱਸਣਾ ਚਾਹ ਰਹੇ ਹਨ ਕਿ ਕਿਸ ਤਰ੍ਹਾਂ ਪਾਣੀ ਦੇ ਵਿੱਚ ਰਤਨ ਮੌਜੂਦ ਨੇ। ਪਾਣੀ ਬਹੁਤ ਮਹੱਤਵਪੂਰਨ ਹੈ। 68 ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ। ਕਹਿੰਦੇ ਪਾਣੀ ਦੀ ਬਰਕਤ ਨਾਲ ਹੀ, ਪਾਣੀ ਦੀ ਮਹਾਨਤਾ ਨਾਲ ਹੀ ਦੇਵਤਿਆਂ ਦੇ ਲਈ 68 ਤੀਰਥ ਬਣਾਏ ਗਏ ਜਿੱਥੇ ਕਿ ਪੁਰਬ ਲੱਗਦੇ ਹਨ, ਕਥਾ ਵਾਰਤਾ ਹੁੰਦੀ ਹੈ। ਨਾਏ ਨਿਵਾਜਾ ਨਾਤੈ ਪੂਜਾ ਨਾਵਨ ਸਦਾ ਸੁਜਾਣੀ। ਕਹਿੰਦੇ ਜੋ ਸੁਚੱਜੇ ਮਨੁੱਖ ਹੁੰਦੇ ਨੇ ਉਹ ਹਰ ਰੋਜ਼ ਨਹਾਉਂਦੇ ਨੇ। ਨਹਾ ਕੇ ਹੀ ਨਮਾਜ਼ ਪੜ੍ਹੀ ਜਾਂਦੀ ਹੈ ਤੇ ਨਹਾ ਕੇ ਹੀ ਪੂਜਾ ਕੀਤੀ ਜਾਂਦੀ ਹੈ। ਮੋਇਆਂ ਜੀਵਦਿਆਂ ਗਤ ਹੋਵੈ ਜਾਂ ਸਿਰ ਪਾਈਐ ਪਾਣੀ। ਮੋਇਆਂ ਜੀਵਦਿਆਂ ਤੋਂ ਭਾਵ ਕਿ ਸਾਰੀ ਉਮਰ, ਗਤ ਹੋਵੈ ਭਾਵ ਸਾਫ ਸੁਥਰੇ ਰਹਿਣਾ। ਕਹਿੰਦੇ ਸਾਰੀ ਉਮਰ ਸਾਫ ਸੁਥਰੇ ਤਦੇ ਰਿਹਾ ਜਾ ਸਕਦਾ ਹੈ ਜੇ ਸਿਰ ਦੇ ਵਿੱਚ ਪਾਣੀ ਪਾਇਆ ਜਾਏ, ਜੇ ਹਰ ਰੋਜ਼ ਨਹਾਇਆ ਜਾਏ। ਜੇਕਰ ਨਹੀਂ ਨਹਾਓਗੇ ਤਾਂ ਗੰਦੇ ਹੋ ਜਾਓਗੇ। ਨਾਨਕ ਸਿਰ ਖੁੱਥੇ ਸੈਤਾਨੀ ਇਹਨਾਂ ਗੱਲ ਨਾ ਭਾਣੀ। ਹੇ ਨਾਨਕ, ਇਹ ਅਜਿਹੇ ਸਿਰ ਖੁੱਥੇ ਨੇ, ਅਜਿਹੇ ਕੁਰਾਹੇ ਪਏ ਹੋਏ ਸ਼ੈਤਾਨ ਨੇ, ਇਹਨਾਂ ਨੂੰ ਇਹ ਇਸ਼ਨਾਨ ਵਾਲੀ ਗੱਲ ਵੀ ਭਾਉਂਦੀ ਨਹੀਂ। ਵੁੱਠਾ ਹੋਇਆਂ ਹੋਏ ਬਿਲਾਵਲ ਜੀਆ ਜੁਗਤ ਸਮਾਣੀ। ਕਹਿੰਦੇ ਕਿ ਪਾਣੀ ਦੀ ਹੋਰ ਬਰਕਤ ਸੁਣ ਲਵੋ। ਜਦੋਂ ਮੀਂਹ ਪੈਂਦਾ ਹੈ ਤਾਂ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ। ਜੀਆ ਜੁਗਤ ਸਮਾਣੀ ਭਾਵ ਕਿ ਜੋ ਜੀਵ ਹਨ ਉਹਨਾਂ ਦੀ ਜੀਵਨ ਜੁਗਤੀ ਹੀ ਪਾਣੀ ਦੇ ਵਿੱਚ ਟਿਕੀ ਹੋਈ ਹੈ। ਜੇਕਰ ਵਿਗਿਆਨ ਨੂੰ ਪੜ੍ਹੋ ਤਾਂ ਪਤਾ ਚੱਲਦਾ ਹੈ ਕਿ ਜੋ ਜੀਵਨ ਦੀ ਸ਼ੁਰੂਆਤ ਹੈ ਉਹ ਪਾਣੀ ਚੋਂ ਹੀ ਹੋਈ ਹੈ। ਵੁੱਠਾ ਅੰਨ ਕਮਾਦ ਕਪਾਹਾ ਸਭ ਸਹਿ ਪੜਦਾ ਹੋਵੇ। ਕਿ ਜਦੋਂ ਮੀਂਹ ਪੈਂਦਾ ਹੈ ਤਾਂ ਹੀ ਅੰਨ ਪੈਦਾ ਹੁੰਦਾ ਹੈ। ਹੁਣ ਤੇ ਚਲੋ ਅਸੀਂ ਖੇਤਾਂ ਦੇ ਵਿੱਚ ਮੋਟਰਾਂ ਲਾ ਲਈਆਂ ਨੇ, ਧਰਤੀ ਦੇ ਵਿੱਚੋਂ ਪਾਣੀ ਕੱਢ ਲੈਂਦੇ ਹਾਂ, ਪਰ ਪੁਰਾਣੇ ਸਮਿਆਂ ਦੇ ਵਿੱਚ ਪਾਣੀ ਦਾ ਜੋ ਮੇਨ ਸਾਧਨ ਸੀ ਉਹ ਵਰਖਾ ਹੀ ਹੁੰਦੀ ਸੀ। ਜੇ ਵਰਖਾ ਨਾ ਪੈਣੀ ਤਾਂ ਕੋਈ ਵੀ ਫਸਲ ਨਹੀਂ ਹੁੰਦੀ ਸੀ, ਭੁੱਖਮਰੀ ਫੈਲ ਜਾਂਦੀ ਸੀ। ਇਸੇ ਲਈ ਕਿਹਾ ਕਿ ਵੁੱਠਾ ਅੰਨ, ਕਿ ਜਦੋਂ ਮੀਂਹ ਪੈਂਦਾ ਹੈ ਤਾਂ ਹੀ ਅੰਨ ਪੈਦਾ ਹੁੰਦਾ ਹੈ, ਤਾਂ ਹੀ ਕਮਾਦ ਪੈਦਾ ਹੁੰਦਾ ਹੈ, ਤਾਂ ਹੀ ਕਪਾਹ ਪੈਦਾ ਹੁੰਦੀ ਹੈ। ਸਭ ਸਹਿ ਪੜਦਾ ਹੋਵੇ, ਕਪਾਹ ਦੀ ਗੱਲ ਕੀਤੀ ਗਈ ਹੈ ਕਿ ਜੇ ਕਪਾਹ ਪੈਦਾ ਹੁੰਦੀ ਹੈ ਤਾਂ ਹੀ ਕੱਪੜੇ ਬਣਦੇ ਹਨ ਤੇ ਮਨੁੱਖਾਂ ਦੇ ਲਈ ਪਰਦਾ ਬਣਦਾ ਹੈ, ਸਰੀਰ ਢੱਕਣ ਦਾ ਸਾਧਨ ਬਣਦਾ ਹੈ, ਕੱਪੜਾ ਤਿਆਰ ਹੁੰਦਾ ਹੈ। ਵੁੱਠਾ ਘਾਹ ਚਰੈ ਨਿਤ ਸੁਰਹੀ ਸਾ ਧਨ ਦਹੀ ਵਿਲੋਵੈ। ਕਹਿੰਦੇ ਮੀਂਹ ਪੈਣ ਨਾਲ ਹੀ ਘਾਹ ਪੈਦਾ ਹੁੰਦਾ ਹੈ। ਉਹ ਘਾਹ ਸੁਰਹੀ ਭਾਵ ਗਾਵਾਂ ਚਰਦੀਆਂ ਨੇ। ਚਰੈ ਨਿਤ ਸੁਰਹੀ ਸਾ ਧਨ ਦਹੀ ਵਿਲੋਵੈ। ਸਾ ਧਨ ਤੋਂ ਭਾਵ ਇਸਤਰੀ ਤੇ ਵਿਲੋਵਾ ਤੋਂ ਭਾਵ ਰਿੜਕਦੀ ਹੈ ਕਿ ਉਹ ਗਾਵਾਂ ਜੋ ਮੀਂਹ ਪੈਣ ਤੇ ਉੱਗਿਆ ਹੋਇਆ ਘਾਹ ਚਰਦੀਆਂ ਨੇ, ਉਹ ਦੁੱਧ ਦਿੰਦੀਆਂ ਨੇ। ਉਸੇ ਦੁੱਧ ਦੀ ਦਹੀਂ ਜਮਾਈ ਜਾਂਦੀ ਹੈ ਤੇ ਉਸੇ ਦਹੀਂ ਨੂੰ ਰਿੜਕ ਕੇ ਮੱਖਣ ਕੱਢਿਆ ਜਾਂਦਾ ਹੈ, ਘਿਓ ਕੱਢਿਆ ਜਾਂਦਾ ਹੈ। ਤਿਤ ਘੇ ਹੋਮ ਜਗ ਸਦ ਪੂਜਾ ਪਿਆ ਕਾਰਜ ਸੋ ਹੈ। ਤੇ ਉਹ ਜੋ ਘਿਓ ਕੱਢਿਆ ਜਾਂਦਾ ਹੈ, ਕਹਿੰਦੇ ਉਸ ਘਿਓ ਨਾਲ ਹੀ ਸਦਾ ਹੋਮ ਜਗ ਤੇ ਪੂਜਾ ਆਦਿ ਕੀਤੇ ਜਾਂਦੇ ਹਨ। ਇਹ ਘਿਓ ਪਿਆ ਹੀ ਹਰੇਕ ਕਾਰਜ ਸੋਭਦਾ ਹੈ। ਪਰ ਕਹਿੰਦੇ ਇਹ ਲੋਕ ਜਿਹੜੇ ਨੇ ਪਾਣੀ ਦੀ ਮਹੱਤਤਾ ਨੂੰ ਤਾਂ ਵੀ ਸਮਝਦੇ ਨਹੀਂ। ਗੁਰ ਸਮੁੰਦ ਨਦੀ ਸਭ ਸਿੱਖੀ ਨਾਤੈ ਜਿੱਤ ਵਡਿਆਈ। ਕਹਿੰਦੇ ਇੱਕ ਇਸ਼ਨਾਨ ਹੋਰ ਵੀ ਹੈ। ਇਹ ਮੰਨ ਲਓ ਕਿ ਸਤਿਗੁਰੂ ਜੋ ਹੈ ਉਹ ਸਮੁੰਦਰ ਹੈ, ਨਦੀਆਂ ਉਸ ਦੀਆਂ ਸਿੱਖਿਆਵਾਂ ਹਨ ਤੇ ਇਹਨਾਂ ਗੁਰ ਸਿੱਖਿਆਵਾਂ ਦੇ ਵਿੱਚ ਨਹਾਉਣ ਦੇ ਨਾਲ ਵਡਿਆਈ ਮਿਲਦੀ ਹੈ। ਕਹਿੰਦੇ ਜੇ ਤੁਸੀਂ ਪਾਣੀ ਦਾ ਇਸ਼ਨਾਨ ਨਹੀਂ ਕਰਨਾ ਤੇ ਘੱਟੋ ਘੱਟ ਸਿੱਖਿਆ ਦਾ ਹੀ ਇਸ਼ਨਾਨ ਕਰ ਲਓ।
ਨਾਨਕ ਜੇ ਸਿਰ ਖੁੱਥੇ ਨਾਵਨ, ਨਾਹੀ ਤਾਂ ਸਤ ਚਟੇ ਸਿਰ ਸ਼ਾਈ। ਹੇ ਨਾਨਕ, ਜੇਕਰ ਇਹ ਸਿਰ ਖੁੱਥੇ ਇਸ ਨਾਮ ਜਲ ਦੇ ਵਿੱਚ, ਇਹਨਾਂ ਸਿੱਖਿਆਵਾਂ ਦੇ ਵਿੱਚ ਵੀ ਇਸ਼ਨਾਨ ਨਹੀਂ ਕਰਦੇ ਤਾਂ ਇਹ ਨਿਰੀ ਮੂੰਹ ਕਾਲਖ ਹੀ ਖੱਟਦੇ ਹਨ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 149ਵੇਂ ਅੰਗ ਦੀ ਬਾਣੀ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਇਹ ਵੀਡੀਓ ਕਾਫੀ ਲੰਬੀ ਨਿਕਲ ਗਈ ਕਿਉਂਕਿ ਜੋ ਆਖਰੀ ਵਾਲਾ ਸ਼ਲੋਕ ਸੀ ਉਹ ਬਹੁਤ ਜ਼ਿਆਦਾ ਲੰਬਾ ਸੀ ਤੇ ਬਹੁਤ ਜ਼ਿਆਦਾ ਉਹਦੇ ਵਿੱਚ ਚੀਜ਼ਾਂ ਐਕਸਪਲੇਨ ਕਰਨ ਵਾਲੀਆਂ ਸਨ। ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਸਾਹਮਣੇ ਦੋਨੋਂ ਹੀ ਪੱਖ ਰੱਖੇ ਜਾਣ ਕਿ ਉਹਨਾਂ ਪੰਕਤੀਆਂ ਨੂੰ ਅਸੀਂ ਕਿੱਦਾਂ ਵੱਖ-ਵੱਖ ਢੰਗਾਂ ਦੇ ਨਾਲ ਸਮਝ ਸਕਦੇ ਹਾਂ। ਇਸ ਪੂਰੇ ਸ਼ਲੋਕ ਦੇ ਵਿੱਚੋਂ ਕੁਝ ਭਾਵ ਅਜਿਹਾ ਜ਼ਰੂਰ ਪੈਦਾ ਹੁੰਦਾ ਹੈ ਕਿ ਗੁਰੂ ਜੀ ਨੇ ਜੈਨ ਧਰਮ ਦੀ ਨਿੰਦਾ ਕੀਤੀ ਹੈ, ਪਰ ਇਹ ਜੋ ਭਾਵ ਹੈ ਇਹ ਸਾਡੀ ਸੋਚਣ ਸ਼ਕਤੀ ਤੇ ਨਿਰਭਰ ਕਰਦਾ ਹੈ। ਅਸੀਂ ਚਾਹੀਏ ਤੇ ਇਸ ਨੂੰ ਉਹਨਾਂ ਦੀਆਂ ਪ੍ਰਕਿਰਿਆਵਾਂ ਦਾ ਖੰਡਨ ਵੀ ਮੰਨ ਸਕਦੇ ਹਾਂ ਨਿੰਦਾ ਦੀ ਬਜਾਏ। ਇੱਥੇ ਵੀ ਮੈਂ ਤੁਹਾਡੇ ਸਾਹਮਣੇ ਦੋਨੋਂ ਪੱਖ ਰੱਖ ਦਿੱਤੇ ਹਨ ਕਿ ਤੁਸੀਂ ਚਾਹੋ ਤਾਂ ਇਹਨਾਂ ਪੰਕਤੀਆਂ ਨੂੰ ਜੈਨ ਧਰਮ ਦੀ ਨਿੰਦਾ ਵੀ ਸਮਝ ਸਕਦੇ ਹੋ, ਤੁਸੀਂ ਚਾਹੋ ਤਾਂ ਉਹਨਾਂ ਦੀਆਂ ਵਿਧੀਆਂ ਦਾ ਖੰਡਨ ਵੀ ਸਮਝ ਸਕਦੇ ਹੋ। ਇਹ ਤੁਹਾਡੀ ਆਪਣੀ ਮਰਜ਼ੀ ਹੈ। ਉਸੇ ਤਰ੍ਹਾਂ ਹੀ ਜੋ ਹਿੰਦੂ ਧਰਮ ਦੀਆਂ ਵਿਧੀਆਂ ਦਾ ਜ਼ਿਕਰ ਹੋਇਆ ਹੈ, ਤੀਰਥ ਇਸ਼ਨਾਨਾਂ ਦਾ ਜ਼ਿਕਰ ਹੋਇਆ ਹੈ, ਪੂਜਾ ਪਾਠ ਦਾ ਜ਼ਿਕਰ ਹੋਇਆ ਹੈ, ਬ੍ਰਾਹਮਣ ਸੇਵਾ ਦਾ ਜ਼ਿਕਰ ਹੋਇਆ ਹੈ, ਜ਼ਰੂਰੀ ਨਹੀਂ ਕਿ ਗੁਰੂ ਜੀ ਇਹਨਾਂ ਗੱਲਾਂ ਨੂੰ ਸਹੀ ਠਹਿਰਾ ਰਹੇ ਹੋਣ। ਉਹ ਸਿਰਫ ਇੱਥੇ ਇੱਕ ਕੰਪੈਰੀਜ਼ਨ ਕਰ ਰਹੇ ਸਨ ਕਿ ਜੋ ਉਹ ਲੋਕ ਨੇ, ਜੋ ਹਿੰਦੂ ਧਰਮ ਦੇ ਲੋਕ ਨੇ, ਉਹ ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਇਹ ਸਭ ਕੁਝ ਕਰਦੇ ਨੇ, ਪਰ ਜੋ ਜੈਨ ਧਰਮ ਦੇ ਲੋਕ ਨੇ ਉਹ ਸਭ ਕੁਝ ਵੀ ਨਹੀਂ ਕਰਦੇ। ਭਾਵ ਕਿ ਉਹ ਪ੍ਰਮਾਤਮਾ ਵੱਲੋਂ ਬਿਲਕੁਲ ਹੀ ਖੁੰਝੇ ਹੋਏ ਹਨ। ਅਸਲ ਭਾਵ ਉਹ ਇਹ ਦਰਸਾਉਣ ਦੀ ਕੋਸ਼ਿਸ਼ ਕਰਦੇ ਨੇ ਮੇਰੀ ਸੋਚ ਅਨੁਸਾਰ। ਤੇ ਅਖੀਰ ਤੇ ਇਹੀ ਕਹਿਣਾ ਚਾਹੂੰਗਾ ਕਿ ਜੇਕਰ ਇਸ ਪੂਰੀ ਵੀਡੀਓ ਦੇ ਵਿੱਚੋਂ ਤੁਹਾਨੂੰ ਕੁਝ ਚੰਗਾ ਲੱਗਿਆ ਹੈ ਤਾਂ ਉਹਦੇ ਬਾਰੇ ਵੀ ਜ਼ਰੂਰ ਕਮੈਂਟ ਕਰਿਓ, ਤੇ ਜੇਕਰ ਕੁਝ ਚੀਜ਼ ਚੰਗੀ ਨਹੀਂ ਲੱਗੀ ਹੈ ਤਾਂ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਕਮੈਂਟ ਕਰਕੇ ਆਪਣੇ ਸੁਝਾਅ ਦੇ ਸਕਦੇ ਹੋ। ਜਾਂ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਪੈਦਾ ਹੋਇਆ ਹੈ ਇਸ ਸਾਰੀ ਗੱਲਬਾਤ ਦੇ ਵਿੱਚੋਂ ਤਾਂ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਪੂਰੀ ਵੀਡੀਓ ਨੂੰ ਵੇਖਣ ਸੁਣਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਅੱਗੇ ਵੀ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਗੱਲ ਪਹੁੰਚ ਸਕੇ। ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।